पंजाब के ऑलमोस्ट 19 ਜਿਹੜੇ ਜ਼ਿਲ੍ਹੇ ਨੇ ਉਹ ਹੜ੍ਹਾਂ ਨਾਲ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਔਰ ਕਈ ਥਾਵਾਂ ਤੇ ਜਿਹੜੀ ਸਥਿਤੀ ਆ ਉਹ ਕਾਫੀ ਗੰਭੀਰ ਬਣੀ ਹੋਈ ਹੈ। ਪੰਜਾਬ ਸਰਕਾਰ ਦੇ ਨਾਲ ਫੌਜ ਔਰ NDRF ਦੀਆਂ ਟੀਮਾਂ ਜਿਹੜੀਆਂ ਵਾ ਉਹ ਰਾਹਤ ਕੰਮਾਂ 'ਚ ਲੱਗੀਆਂ ਹੋਈਆਂ। ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਕਿ ਬਹੁਤ ਸਾਰੀਆਂ ਇੰਟਰਨੈਸ਼ਨਲ ਸੰਸਥਾਵਾਂ ਆਪਣੇ ਪੰਜਾਬ ਨਾਲ ਜੁੜੀਆਂ ਸੰਸਥਾਵਾਂ ਆਪਣੀ ਕੌਮ ਨਾਲ ਜੁੜੀਆਂ ਸੰਸਥਾਵਾਂ ਜਿਹੜੀਆਂ ਵਾ ਉਹ ਵੀ ਬਹੁਤ ਅੱਛਾ ਕੰਮ ਪੰਜਾਬ ਦੇ ਵਿੱਚ ਕਰ ਰਹੀਆਂ। ਔਰ ਵੱਡੀ ਗੱਲ ਇਹ ਹੈ ਕਿ ਉਹ ਸਿਰਫ ਪੰਜਾਬ ਦੇ ਵਿੱਚ ਨਹੀਂ, ਕਿਤੇ ਵੀ ਦੁਨੀਆ ਦੇ ਵਿੱਚ ਕੋਈ ਕੁਦਰਤੀ ਆਫਤ ਆਵੇ ਤੇ ਉਹ ਉੱਥੇ ਉਹਨਾਂ ਦੀਆਂ ਟੀਮਾਂ ਪਹੁੰਚਦੀਆਂ ਵਾ। ਸਰਦਾਰ ਹਰਦਿਆਲ ਸਿੰਘ ਜੀ, ਮੈਨੂੰ ਪਤਾ ਵਾ ਤੁਹਾਡੀ ਸੰਸਥਾ ਨੇ ਬਹੁਤ ਥਾਵਾਂ ਦੇ ਉੱਤੇ ਬੜਾ ਵੱਡਾ ਯੋਗਦਾਨ ਪਾਇਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਮੈਂ ਸ਼ੁਰੂ ਕਰਨਾ ਚਾਹੁੰਦਾ ਵਾਂ 1999 ਤੋਂ ਖਾਲਸਾ ਦਾ 300ਵਾਂ ਸਿਰਜਣਾ ਦਿਵਸ ਸੀ ਉਸ ਵੇਲੇ, ਔਰ ਉਸ ਵੇਲੇ ਤੁਸੀਂ ਇਸ ਸੰਸਥਾ ਦੀ ਸਥਾਪਨਾ ਕੀਤੀ। ਕੀ ਮਨ 'ਚ ਆਇਆ ਔਰ ਕੀ ਇਹਦੇ ਪਿੱਛੇ ਸੋਚ ਸੀ ਸਰਦਾਰ ਹਰਦਿਆਲ ਸਿੰਘ? 1999 ਵਿੱਚ ਮੈਂ ਇੱਥੇ ਸਟੂਡੈਂਟ ਹੁੰਦਾ ਸੀ। ਉਸ ਸਮਾਂ ਵਿੱਚ ਮੈਂ ਪੜ੍ਹ ਰਿਹਾ ਸੀ ਕੰਪਿਊਟਰ ਸਾਇੰਸ ਵਿੱਚ ਮਾਸਟਰਸ ਪ੍ਰੋਗਰਾਮ ਵਿੱਚ, ਤੇ ਅਸੀਂ ਇਹ ਦੇਖਿਆ ਕਿ ਨਿਊਯਾਰਕ ਦੇ ਇਲਾਕਿਆਂ 'ਚ ਉਸ ਵੇਲੇ ਕਾਫੀ ਮਾਈਗ੍ਰੇਸ਼ਨ ਹੋ ਰਹੀ ਸੀ ਸਿੱਖਾਂ ਦੀ ਫਰਮ ਪੰਜਾਬ ਤੋਂ। ਅਸੀਂ ਦੇਖਿਆ ਕਿ ਜਿਹੜੇ ਉਹ ਮਾਈਗ੍ਰੈਂਟਸ ਨੇ ਉਹਨਾਂ ਨੂੰ ਜਿਹੜੀਆਂ ਡੇ ਟੂ ਡੇ ਪ੍ਰੋਬਲਮਸ ਆ ਰਹੀਆਂ ਨੇ, ਜਿਸ ਵੇਲੇ ਗੁਰਦੁਆਰੇ ਜਾਣਾ ਸੀ ਸੰਡੇ ਨੂੰ ਤਾਂ ਅਸੀਂ ਉਹਨਾਂ ਦੀ ਗੱਲਾਂ ਸੁਣਨੀਆਂ ਦੇਖਣੀਆਂ, ਸਾਨੂੰ ਰਿਅਲਾਈਜ਼ ਹੋਇਆ ਕਿ ਸਾਡੇ ਕੋਲ ਕੋਈ ਇਸ ਕਿਸਮ ਦਾ ਸਿਸਟਮ ਨਹੀਂ ਹੈ ਜਿਹਦੇ ਨਾਲ ਅਸੀਂ ਉਹਨਾਂ ਮਾਈਗ੍ਰੈਂਟਸ ਦੀਆਂ ਪ੍ਰੋਬਲਮਸ ਨੂੰ ਸੋਸ਼ਲ ਹਿਊਮੈਨਿਟੇਰੀਅਨ ਜਾਂ ਜਿਹੜੀਆਂ ਐਡਵੋਕੇਸੀ ਰਿਲੇਟਡ ਪ੍ਰੋਬਲਮਸ ਨੇ ਉਹਨਾਂ ਨੂੰ ਅਸੀਂ ਐਡਰੈਸ ਕਰੀਏ। ਯੂਨਾਈਟਿਡ ਸਟੇਟਸ ਕੋਲ ਇਸ ਵੇਲੇ ਜੀ ਸਾਡੇ ਕੋਲ ਜਿਹੜੇ ਨੰਬਰ ਆਫ ਵੋਲੰਟੀਅਰਸ ਨੇ ਉਹ ਕੋਈ ਅਰਾਊਂਡ ਕਲੋਜ਼ ਟੂ ਲਾਈਕ ਅਰਾਊਂਡ 8000 ਸਾਡੇ ਕੋਲ ਪਲੱਸ ਵੋਲੰਟੀਅਰਸ ਹੈਗੇ ਨੇ ਵਰਲਡ ਵਾਈਡ। ਕਿ ਅਰਾਊਂਡ ਅਪਰੋਕਸੀਮੇਟਲੀ ਹਾਫ ਜਿਹੜੇ ਨੇ ਉਹ ਸਾਡੇ ਵੋਲੰਟੀਅਰਸ ਇੰਡੀਆ ਤੋਂ ਨੇ, ਔਰ ਕੋਈ ਅਰਾਊਂਡ 4000 ਦੇ ਆਸ-ਪਾਸ ਸਾਡੇ ਕੋਲ ਵੋਲੰਟੀਅਰਸ ਇੰਡੀਆ 'ਚ ਨੇ। ਔਰ ਅਸੀਂ ਜਿਹੜੇ ਇਹ ਵੋਲੰਟੀਅਰਸ ਜਿਹੜੇ ਨੇ ਇਹ ਸਾਡੇ ਨਾਲ ਜੁੜੇ ਨੇ ਇਨ ਦੀਜ਼ ਲਾਸਟ ਤੁਸੀਂ ਲਾ ਲਓ ਅਪਰੋਕਸੀਮੇਟਲੀ 20 ਸਾਲ ਹੋ ਗਏ ਨੇ, 20+ ਸਾਲ ਹੋ ਗਏ ਨੇ। ਉਹਨਾਂ ਸਾਲਾਂ 'ਚ ਆਸ-ਪਾਸ ਸਾਡੇ ਕੰਮ ਦੇਖ ਕੇ ਸਾਡੇ ਨਾਲ ਜੁੜਦੇ ਆਏ ਨੇ, ਸਾਡੇ ਨਾਲ ਸੇਵਾ ਨਿਭਾਉਂਦੇ ਰਹੇ ਨੇ। ਸਭ ਤੋਂ ਵੱਡੇ ਫਲੱਡਸ ਜਾਂ ਕਹਿ ਸਕਦੇ ਹੋ ਸੁਨਾਮੀਜ਼ ਜਿਸ ਵੇਲੇ ਆਈਆਂ ਨੇ ਆਪਣਾ ਸਾਊਥ ਏਸ਼ੀਆ ਵਿੱਚ, ਆਪ ਜਾਣਦੇ ਹੋ ਜੀ, ਜਿਸ ਤਰੀਕੇ ਨਾਲ 30 ਫੁੱਟ ਦੀ ਵਾਲ ਪਾਣੀ ਜਿਹੜੀ ਆਈ, ਉਸ ਤੋਂ ਬਾਅਦ ਜੋ ਸ਼੍ਰੀਲੰਕਾ ਤੋਂ ਲੈ ਕੇ ਥਾਈਲੈਂਡ ਤੋਂ ਲੈ ਕੇ ਇੰਕਲੂਡਿੰਗ ਇੰਡੋਨੇਸ਼ੀਆ, ਮਲੇਸ਼ੀਆ, ਇੰਡੀਆ, ਜਿਹੜੇ ਹੋਰ ਆਸਟ੍ਰੇਲੀਆ ਦੇ ਕੁਝ ਨਾਰਦਰਨ ਰੀਜਨਸ ਜਿਹੜੇ ਹੈਗੇ ਸੀ ਟੂਵਰਡਸ ਦੀ ਏਸ਼ੀਅਨ ਸਾਈਡ, ਇਹ ਸਾਰੇ ਇਲਾਕਿਆਂ ਜਿਸ ਵੇਲੇ ਇਸ਼ੂਜ਼ ਆਏ ਅਸੀਂ ਇਹ ਸਾਰੇ ਐਡਰੈਸ ਕਰਨੇ ਸ਼ੁਰੂ ਕੀਤੇ ਸੀ। ਅਦਰਵਾਈਜ਼ ਜੇ ਤੁਹਾਡੇ ਕੋਲ ਲੀਗਲ ਟੀਮ ਨਾ ਹੋਏ ਤੁਸੀਂ ਹਮੇਸ਼ਾ ਡਿਪੈਂਡੈਂਟ ਰਹਿੰਦੇ ਹੋ। ਹਿਊਮੈਨਿਟੇਰੀਅਨ ਕੰਮ ਕਰਨ ਲਈ ਵੀ ਤੁਹਾਨੂੰ ਲੋੜ ਪੈਂਦੀ ਹੈ, ਜਿਵੇਂ ਯੂਕਰੇਨ ਸਾਡਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਵੀ ਸਾਨੂੰ ਲੀਗਲ ਦੀ ਸਖਤ ਲੋੜ ਪੈਂਦੀ ਹੈ। ਸੋ ਤੁਸੀਂ ਆਲਮੋਸਟ ਆਈ ਵੁੱਡ ਸੇ ਮੋਰ ਦੈਨ 38+ ਡਿਜ਼ਾਸਟਰਸ ਗਲੋਬਲ ਵਰਲਡ ਵਾਈਡ ਅਸੀਂ ਐਡਰੈਸ ਕੀਤੇ ਨੇ। ਆਪਣੇ ਵੋਲੰਟੀਅਰਸ ਨੂੰ ਟ੍ਰੇਨ ਕਰਕੇ ਤਿਆਰੀ ਕਰਵਾਉਂਦੇ ਹਾਂ ਕਿ ਜੇ ਇਸ ਕਿਸਮ ਦੇ ਡਿਜ਼ਾਸਟਰਸ ਆਉਂਦੇ ਨੇ ਤਾਂ ਸਰਕਾਰਾਂ ਦਾ ਜ਼ਰੂਰ ਕੰਮ ਕਰਦੀਆਂ ਨੇ, ਬਟ NGO ਜਿਹੜਾ ਹੁੰਦਾ ਆਪਣਾ ਹੀ ਰੋਲ ਹੈਗਾ। ਔਰ ਅਸੀਂ ਪਾਕਿਸਤਾਨ ਵਿੱਚ, ਅਫਗਾਨਿਸਤਾਨ ਵਿੱਚ, ਜਿਹੜੇ ਮੇਜਰ ਕੰਟਰੀਜ਼ ਨੇ ਜਿੱਥੇ ਪ੍ਰਾਇਮਰਲੀ ਜਿੱਥੇ ਸਿੱਖ ਰਹਿੰਦੇ ਨੇ, ਉੱਥੇ ਦੇ ਲੋਕਲ ਲੋਕ ਵੀ ਤੁਹਾਡੀਆਂ ਟੀਮਾਂ ਦੇ ਨਾਲ ਜੁੜ ਜਾਂਦੇ ਆ, ਤੇ ਉੱਥੋਂ ਦੀ ਸਰਕਾਰਾਂ ਦਾ ਜਾਂ ਉੱਥੋਂ ਦੀਆਂ ਜਿਹੜੀਆਂ ਸੰਸਥਾਵਾਂ ਵਾ ਉਹਨਾਂ ਦਾ ਕਿੰਨਾ ਕੁ ਯੋਗਦਾਨ ਤੁਹਾਨੂੰ ਮਿਲਦਾ ਗੁਰਵਿੰਦਰ ਜੀ? ਹਾਂਜੀ, ਸੋ ਭਾਈ ਸਾਹਿਬ ਇਹ ਬੜਾ ਇੱਕ ਵਧੀਆ ਸਵਾਲ ਆ। ਸਗੋਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦ ਵੀ ਅਸੀਂ ਜਾਂਦੇ ਹਾਂ, ਮੈਂ ਖੁਦ ਵੀ ਜਾ ਚੁੱਕੇ ਹਾਂ ਵੱਖ-ਵੱਖ ਮੁਲਕਾਂ ਦੇ ਵਿੱਚ, ਉਹ ਪਹਿਲਾ ਸਵਾਲ ਤਾਂ ਇਹੀ ਪੁੱਛਦੇ ਨੇ ਕਿ ਤੁਸੀਂ ਨਾ ਸਾਡੇ ਵਾਂਗੂ ਲੱਗਦੇ ਹੋ, ਨਾ ਤੁਹਾਡੀ ਭਾਸ਼ਾ ਸਾਡੇ ਨਾਲ ਰਲਦੀ ਆ, ਨਾ ਤੁਹਾਡਾ ਧਰਮ ਸਾਡੇ ਨਾਲ ਰਲਦਾ ਆ, ਤੁਹਾਡੀ ਜਿਹੜਾ ਪਿਛੋਕੜ ਆ ਕੁਛ ਵੀ ਸਾਡੇ ਨਾਲ ਰਲਦਾ ਨਹੀਂ, ਤੁਸੀਂ ਇੱਥੇ ਆਏ ਕਿਉਂ ਹੋ? ਸੋ ਅਸੀਂ ਇਹਨੂੰ ਸਾਫ਼ ਦੱਸਦੇ ਕਿ ਸਾਡੇ ਸਿਧਾਂਤ ਸਾਨੂੰ ਇਹ ਸਿੱਖਿਆ ਦਿੰਦੇ ਨੇ ਜੀ ਕਿ ਅਸੀਂ ਗਰੀਬ ਦੀ ਰੱਖਿਆ, ਜਰਬਾਣੇ ਦੀ ਬਖਿਆ ਕਰਨੀ ਹੈ ਜੀ, ਕਿ ਅਸੀਂ ਲੋੜਵੰਦ ਦੀ ਸਹਾਇਤਾ ਕਰਨੀ ਆ, ਕਿ ਅਸੀਂ ਜਿਹੜੀ ਵੀ ਪੁਕਾਰ ਆ ਇਨਸਾਨੀਅਤ ਦੀ ਅਸੀਂ ਉਹਨੂੰ ਸੁਣਨਾ ਆ। ਤਾਂ ਫਿਰ ਜਦ ਉਹ ਚੀਜ਼ਾਂ ਸਿਰਫ ਅਸੀਂ ਕਹਿੰਦੇ ਨਹੀਂ, ਫਿਰ ਇਹ ਜਦ ਸਾਡੇ ਨੌਜਵਾਨ ਸੇਵਾ ਕਰਦੇ ਨੇ, ਜਾਂ ਸਾਡੀਆਂ ਭੈਣਾਂ ਸੇਵਾ ਕਰਦੀਆਂ ਨੇ, ਤਾਂ ਜਿਹੜੇ ਲੋਕਲ ਬੰਦੇ ਨੇ, ਜਿਹੜੇ ਵਸਿੰਦੇ ਨੇ, ਉਹ ਦੇਖ ਕੇ ਆਪ ਇੰਨਾ ਪ੍ਰਭਾਵਿਤ ਹੁੰਦੇ ਨੇ। ਤੁਸੀਂ ਯਕੀਨ ਮੰਨੋ, ਤੁਸੀਂ ਸਾਡੀ ਵੀਡੀਓਜ਼ ਦੇਖ ਸਕਦੇ ਹੋ ਯੂਕਰੇਨ ਵਿੱਚ, ਤੁਸੀਂ ਸਾਡੀ ਵੀਡੀਓਜ਼ ਦੇਖ ਸਕਦੇ ਹੋ ਟਰਕੀ ਦੇ ਵਿੱਚ, ਉਹ ਵੱਡੀ ਗਿਣਤੀ ਵਿੱਚ ਸਾਡੀ ਯੂਨਾਈਟਿਡ ਸਟੇਟਸ ਸੰਸਥਾ ਨਾਲ ਜੁੜ ਜਾਂਦੇ ਨੇ। ਉਹ ਕਹਿੰਦੇ ਨੇ ਜੀ ਅਸੀਂ ਵੀ ਤੁਹਾਡੇ ਨਾਲ ਸੇਵਾ ਕਰਨਾ ਚਾਹੁੰਦੇ ਹਾਂ, ਤੁਸੀਂ ਨਿਰਪੱਖ ਤਰੀਕੇ ਨਾਲ ਸੇਵਾ ਕਰਦੇ ਹੋ,
ਤੁਸੀਂ ਕਿ ਬਿਨਾਂ ਭੇਦਭਾਵ ਦੇ ਨਾਲ ਸੇਵਾ ਕਰਦੇ ਹੋ। ਤੁਸੀਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ ਕਿ ਕੋਈ ਲੋੜਵੰਦ ਆ ਕਿ ਤੁਸੀਂ ਕਿਸੇ ਦੀ ਇਜਾਜ਼ਤ ਲੈ ਕੇ ਜਾਂ ਮਤਲਬ ਕੋਈ ਜੇ ਕੋਈ ਅੜਿੱਕਾ ਵਿੱਚ ਪੈ ਜਾਵੇ ਤੁਸੀਂ ਉਹਦਾ ਇੰਤਜ਼ਾਰ ਕਰੀ ਜਾਓ, ਤੁਸੀਂ ਦੇਖੀ ਜਾਓ। ਨਹੀਂ, ਤੁਸੀਂ ਦੇਖਦੇ ਹੋ ਕਿ ਲੋੜ ਹੈ ਤੇ ਉਹ ਲੋੜ ਨੂੰ ਪੂਰਾ ਕਿਵੇਂ ਕੀਤਾ ਜਾ ਸਕਦਾ ਹੈ। ਸੋ ਗੁਰਵਿੰਦਰ ਜੀ ਦੱਸੋਗੇ ਜ਼ਰਾ ਇਸ ਵੇਲੇ ਟੋਟਲ ਕਿੰਨੀਆਂ ਟੀਮਾਂ ਤੁਹਾਡੀਆਂ ਪੰਜਾਬ 'ਚ ਕੰਮ ਕਰ ਰਹੀਆਂ ਤੇ ਪੰਜਾਬ ਸਰਕਾਰ ਵੱਲੋਂ ਕਿੰਨੀ ਕੁ ਤੁਹਾਨੂੰ ਮਦਦ ਮਿਲ ਰਹੀ ਹੈ, ਜੇ ਮਦਦ ਮਿਲ ਰਹੀ ਹੈ ਕੋਈ? ਦੇਖੋ ਜੀ, ਮਤਲਬ ਇਹ ਅਸੀਂ ਗੱਲ ਹਮੇਸ਼ਾ ਕਰਦੇ ਹਾਂ ਕਿ ਸਿੱਖ ਤੇ ਪੰਜਾਬੀ ਜਿੱਥੇ ਮਰਜ਼ੀ ਵਸਦੇ ਹੋਣ, ਸਾਡੀ ਰੀੜ੍ਹ ਦੀ ਹੱਡੀ। ਸੋ ਜਦ ਅਸੀਂ ਦੇਖਿਆ ਕਿ ਪੰਜਾਬ ਹੜ੍ਹਾਂ ਦੀ ਹੇਠ ਮਤਲਬ ਡੁੱਬ ਰਿਹਾ ਆ, ਸਿਸਕੀਆਂ ਲੈ ਰਿਹਾ ਆ, ਉਸੇ ਵੇਲੇ ਪਹਿਲਾਂ ਤਾਂ ਸਾਡੇ ਵਾਲੰਟੀਅਰ ਬੜੇ ਤਤਪਰ ਸੀਗੇ। ਸਾਡੀਆਂ ਜੀ ਟੀਮਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਰੋਪੜ ਹੋ ਗਿਆ, ਲੋਹੀਆਂ ਸ਼ਾਹਕੋਟ ਹੋ ਗਿਆ, ਜਲੰਧਰ ਹੋ ਗਿਆ, ਲੁਧਿਆਣਾ ਹੋ ਗਿਆ, ਪਟਿਆਲਾ ਹੋ ਗਿਆ, ਬਟਾਲਾ ਹੋ ਗਿਆ। ਇਹ ਪੂਰੇ ਇਲਾਕਿਆਂ ਵਿੱਚ ਸਾਡੀਆਂ ਟੀਮਾਂ ਸੇਵਾ ਕਰ ਰਹੀਆਂ ਨੇ, ਲਗਾਤਾਰ ਸੇਵਾ ਕਰ ਰਹੀਆਂ ਨੇ। ਸੋ ਅਸੀਂ ਜੀ 3 ਫੇਜ਼ ਦੇ ਵਿੱਚ ਕੰਮ ਕਰਦੇ ਹਾਂ। ਪਹਿਲੀ ਫੇਜ਼ ਹੁੰਦੀ ਹੈ ਹਮੇਸ਼ਾ ਕਿ ਤੁਸੀਂ ਇਮੀਡੀਏਟ ਰਿਲੀਫ ਲੈ ਕੇ ਜਾਣੀ, ਤੁਸੀਂ ਜਾਨ ਮਾਲ ਦੀ ਬਚਾਓ ਕਰਨੀ। ਸੋ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ, ਸਾਡੇ ਨੌਜਵਾਨ ਮੋਢਿਆਂ ਤੱਕ ਪਾਣੀ ਆ, ਉਹ ਬਜ਼ੁਰਗਾਂ ਨੂੰ ਮੋਢਿਆਂ ਤੇ ਚੱਕ ਕੇ ਗੋਦੀ 'ਚ ਬੱਚਿਆਂ ਨੂੰ ਚੱਕ ਕੇ ਉਹ ਮਹਿਫੂਜ਼ ਜਗ੍ਹਾ ਤੇ ਪਹੁੰਚਾ ਰਹੇ ਨੇ, ਟਰਾਲੀਆਂ ਤੇ ਰੱਖ ਰਹੇ ਨੇ, ਘਰੋਂ ਕੱਢ ਰਹੇ ਨੇ, ਬਚਾ ਰਹੇ ਨੇ। ਨਮਸਕਾਰ, ਅਸਲਾਮੁਅਲੈਕਮ, ਸਤਿ ਸ੍ਰੀ ਅਕਾਲ। ਮੈਂ ਹਾਂ ਕੰਵਰ ਸੰਧੂ। ਇਸ ਵੇਲੇ ਨਾਰਥ ਅਮਰੀਕਾ 'ਚ ਹੈ ਵੀਰਵਾਰ ਦੀ ਸ਼ਾਮ, ਭਾਰਤ 'ਚ ਸ਼ੁੱਕਰਵਾਰ ਦੀ ਸਵੇਰ, ਨਾਨਕਸ਼ਾਹੀ ਸੰਮਤ 555, ਸਾਉਣ ਦੀ 13 ਤਰੀਕ ਹੈ। ਔਰ ਤੁਸੀਂ ਦੇਖ ਰਹੇ ਜੇ ਤੁਹਾਡਾ ਆਪਣਾ ਸ਼ੋਅ ਹੈਲੋ ਗਲੋਬਲ ਪੰਜਾਬ, ਜੋ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਤੇ ਇਸ ਵੇਲੇ ਲਾਈਵ ਟੈਲੀਕਾਸਟ ਹੈ। ਅਸੀਂ ਇਸ ਵੇਲੇ ਗਲੋਬਲ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਉੱਪਰ ਵੀ ਲਾਈਵ ਹਾਂ ਔਰ ਇਹਨੂੰ ਮੇਰੇ ਨਿੱਜੀ ਫੇਸਬੁੱਕ ਪੇਜ ਉੱਪਰ ਕ੍ਰਾਸ ਪੋਸਟ ਵੀ ਕੀਤਾ ਜਾ ਰਿਹਾ ਵਾ। OTT ਪਲੇਟਫਾਰਮ ਜੀਓ TV ਤੇ ਡੇਲੀ ਹੰਟ ਉੱਪਰ ਵੀ ਇਸ ਸ਼ੋਅ ਨੂੰ ਦੇਖ ਸਕਦੇ ਜੀ। ਕਾਲ ਇਨ ਸ਼ੋਅ ਆ, ਤੁਸੀਂ ਕਾਲ ਵੀ ਕਰ ਸਕਦੇ ਜੇ ਔਰ ਕਾਲ ਕਰਨ ਵਾਸਤੇ ਜਿਹੜੇ 2 ਨੰਬਰਸ ਨੇ ਤੁਹਾਡੀ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਹੇ ਆ। ਅੱਜ ਇਸ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਦੀ। ਪੰਜਾਬ ਦੇ ਆਲਮੋਸਟ 19 ਜਿਹੜੇ ਜ਼ਿਲ੍ਹੇ ਨੇ ਉਹ ਹੜ੍ਹਾਂ ਨਾਲ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਔਰ ਕਈ ਥਾਵਾਂ ਤੇ ਜਿਹੜੀ ਸਥਿਤੀ ਆ ਉਹ ਕਾਫੀ ਗੰਭੀਰ ਬਣੀ ਹੋਈ ਹੈ। ਪੰਜਾਬ ਸਰਕਾਰ ਦੇ ਨਾਲ ਫੌਜ ਔਰ NDRF ਦੀਆਂ ਟੀਮਾਂ ਜਿਹੜੀਆਂ ਵਾ ਉਹ ਰਾਹਤ ਕੰਮਾਂ 'ਚ ਲੱਗੀਆਂ ਹੋਈਆਂ ਵਾ। ਰਾਹਤ ਕੰਮਾਂ 'ਚ ਬਹੁਤ ਸਾਰੀਆਂ ਗੈਰ ਸਰਕਾਰੀ ਸੰਸਥਾ ਵੀ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਵਾ। SGPC ਦੇ ਵਾਲੰਟੀਅਰਸ, ਹੋਰ ਕਈ ਸੰਸਥਾਵਾਂ ਦੇ ਵਾਲੰਟੀਅਰਸ ਇਸ ਵੇਲੇ ਗਰਾਊਂਡ ਦੇ ਉੱਤੇ ਤਾਇਨਾਤ ਨੇ ਔਰ ਬਹੁਤ ਅੱਛਾ ਕੰਮ ਕਰ ਰਹੇ ਆ। ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਕਿ ਬਹੁਤ ਸਾਰੀਆਂ ਇੰਟਰਨੈਸ਼ਨਲ ਸੰਸਥਾਵਾਂ, ਆਪਣੇ ਪੰਜਾਬ ਨਾਲ ਜੁੜੀਆਂ ਸੰਸਥਾਵਾਂ, ਆਪਣੀ ਕੌਮ ਨਾਲ ਜੁੜੀਆਂ ਸੰਸਥਾਵਾਂ ਜਿਹੜੀਆਂ ਵਾ ਉਹ ਵੀ ਬਹੁਤ ਅੱਛਾ ਕੰਮ ਪੰਜਾਬ ਦੇ ਵਿੱਚ ਕਰ ਰਹੀਆਂ। ਔਰ ਵੱਡੀ ਗੱਲ ਇਹ ਹੈ ਕਿ ਉਹ ਸਿਰਫ ਪੰਜਾਬ ਦੇ ਵਿੱਚ ਨਹੀਂ, ਕਿਤੇ ਵੀ ਦੁਨੀਆ ਦੇ ਵਿੱਚ ਕੋਈ ਕੁਦਰਤੀ ਆਫਤ ਆਵੇ ਤੇ ਉਹ ਉੱਥੇ ਉਹਨਾਂ ਦੀਆਂ ਟੀਮਾਂ ਪਹੁੰਚਦੀਆਂ ਵਾ। ਔਰ ਇਹ ਟੀਮਾਂ ਜਿਹੜੀਆਂ ਵਾ ਇਹ ਪੇਡ ਟੀਮਾਂ ਨਹੀਂ, ਇਹ ਵਾਲੰਟੀਅਰਸ ਇਹਨਾਂ ਦੇ ਜਿਹੜੇ ਨੇ ਉਹ ਉੱਥੇ ਪਹੁੰਚਦੇ ਆ। ਬਹੁਤ ਵੱਡੀ ਗੱਲ ਹੈ। ਇਹ ਮੇਰੇ ਖਿਆਲ ਦੁਨੀਆ ਦੇ ਵਿੱਚ ਇੱਕ ਨਿਵੇਕਲਾ ਹੀ ਐਗਜ਼ਾਮਪਲ ਹੋਊਗਾ ਕਿ ਸਾਡੇ ਲੋਕਾਂ ਦੀ ਕਿਵੇਂ ਸੇਵਾ ਕਰਦੇ ਨੇ। ਇੱਕ ਸੰਸਥਾ ਜਿਹਦਾ ਬਹੁਤ ਵੱਡਾ ਯੋਗਦਾਨ ਹੈ ਇਸ ਸਾਰੇ ਕੰਮ ਦੇ ਵਿੱਚ ਉਹ ਹੈ ਯੂਨਾਈਟਿਡ ਸਿੱਖਸ। ਯੂਨਾਈਟਿਡ ਸਿੱਖਸ ਜਿਹੜੀ ਹੈ ਇਹ 1999 ਦੇ ਵਿੱਚ ਹੋਂਦ ਦੇ ਵਿੱਚ ਆਈ। ਉਸ ਵੇਲੇ ਆਪਣੇ ਖਾਲਸਾ ਸਿਰਜਣਾ ਦਾ 300ਵਾਂ ਦਿਨ ਸੀਗਾ, ਦਿਹਾੜਾ ਸੀ। ਉਸ ਵੇਲੇ ਸੰਸਥਾ ਜਿਹੜੀ ਆ ਇਹ ਹੋਂਦ ਦੇ ਵਿੱਚ ਆਈ। ਹੁਣ ਇਹਦੇ ਹਜ਼ਾਰਾਂ ਵਾਲੰਟੀਅਰਸ ਨੇ ਦੁਨੀਆ ਭਰ ਦੇ ਵਿੱਚ ਕਈ ਥਾਵਾਂ ਦੇ ਵਿੱਚ ਇਹ ਇਸ ਵੇਲੇ ਤਾਇਨਾਤ ਨੇ ਔਰ ਬਹੁਤ ਸਾਰੇ ਥਾਵਾਂ 'ਤੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਵਾ। 3 ਸਿੱਖਾਂ ਨੇ, ਨਿਊਯਾਰਕ ਦੇ 3 ਸਿੱਖ ਸਨ ਜਿਨ੍ਹਾਂ ਨੇ ਇਕੱਠੇ ਹੋ ਕੇ ਇਸ ਸੰਸਥਾ ਨੂੰ ਖੜਾ ਕੀਤਾ, ਸਥਾਪਿਤ ਕੀਤਾ। ਔਰ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਜਿਹੜੇ 3 ਸਿੱਖ ਜਿਨ੍ਹਾਂ ਨੇ ਯੂਨਾਈਟਿਡ ਸਿੱਖਸ ਨੂੰ ਸਥਾਪਿਤ ਕੀਤਾ, ਉਹਨਾਂ 'ਚੋਂ ਅੱਜ ਇੱਕ ਸੱਜਣ ਸਰਦਾਰ ਹਰਦਿਆਲ ਸਿੰਘ ਸਾਡੇ ਨਾਲ ਅੱਜ ਜੁੜਨਗੇ। ਮੈਂ ਉਹਨਾਂ ਨਾਲ 5-7 ਮਿੰਟ 10 ਮਿੰਟ ਗੱਲ ਕਰੂੰਗਾ। ਪਹਿਲੇ ਸੈਗਮੈਂਟ ਦੇ ਵਿੱਚ ਮੇਰੀ ਉਹਨਾਂ ਨਾਲ ਗੱਲਬਾਤ ਹੋਊਗੀ ਔਰ ਉਹਨਾਂ ਦੇ ਨਾਲ ਸਾਡੇ ਨਾਲ ਜੁੜ ਰਹੇ ਨੇ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਇੰਟਰਨੈਸ਼ਨਲ ਡਾਇਰੈਕਟਰ ਨੇ। ਸਰਦਾਰ ਹਰਦਿਆਲ ਸਿੰਘ ਜਿਹੜੇ ਨੇ ਉਹ ਯੂਨਾਈਟਿਡ ਸਿੱਖਸ ਦੇ ਪ੍ਰੋਗਰਾਮ ਡਾਇਰੈਕਟਰ ਨੇ ਔਰ ਗੁਰਵਿੰਦਰ ਸਿੰਘ ਇੰਟਰਨੈਸ਼ਨਲ ਡਾਇਰੈਕਟਰ ਨੇ। ਇਹ ਦੋਵੇਂ ਸੱਜਣ ਸਾਡੇ ਨਾਲ ਜੁੜਨਗੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਔਰ ਦੂਜੇ ਸੈਗਮੈਂਟ ਦੇ ਵਿੱਚ, ਪਹਿਲੇ ਸੈਗਮੈਂਟ ਮੈਂ ਕਾਲਸ ਨਹੀਂ ਲੈ ਸਕੂੰਗਾ, ਸੋ ਮੇਰੀ ਕਾਲਰਸ ਨੂੰ ਗੁਜ਼ਾਰਿਸ਼ ਹੈ ਕਿ ਪਹਿਲੇ ਸੈਗਮੈਂਟ 'ਚ ਜੁੜਨ ਦੀ ਕੋਸ਼ਿਸ਼ ਨਾ ਕਰਿਓ। ਦੂਜੇ ਸੈਗਮੈਂਟ ਦੇ ਵਿੱਚ ਸਰਦਾਰ ਹਰਦਿਆਲ ਸਿੰਘ ਔਰ ਗੁਰਵਿੰਦਰ ਸਿੰਘ ਦੋਵੇਂ ਸਾਡੇ ਨਾਲ ਜੁੜੇ ਰਹਿਣਗੇ
ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਜੇ, ਉਹਨਾਂ ਤੋਂ ਸਵਾਲ ਪੁੱਛ ਸਕਦੇ ਜੇ ਔਰ ਉਹਨਾਂ ਤੋਂ ਜੋ ਵੀ ਜਾਣਕਾਰੀ ਲੈਣੀ ਚਾਹੋ ਤੁਸੀਂ ਲੈ ਸਕਦੇ ਜੇ। ਸਾਡੇ ਵਾਸਤੇ ਬਹੁਤ ਮਾਣ ਦੀ ਸੁਭਾਗ ਦੀ ਗੱਲ ਆ ਕਿ ਇਹ ਦੋਵੇਂ ਸੱਜਣ ਇੰਟਰਨੈਸ਼ਨਲ ਪਰਸਨੈਲਿਟੀਜ਼ ਨੇ, ਉਹ ਸਾਡੇ ਨਾਲ ਅੱਜ ਜੁੜਨ ਜਾ ਰਹੇ ਆ। ਸਰਦਾਰ ਹਰਦਿਆਲ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ, ਸਾਰੇ ਦਰਸ਼ਕਾਂ ਦਾ ਧੰਨਵਾਦ ਜੀ ਸਾਰਿਆਂ ਦਾ। ਔਰ ਮੈਂ ਸਾਰਿਆਂ ਨੂੰ ਸਾਂਝੀ ਫਤਿਹ ਬੁਲਾਉਣਾ ਚਾਹਾਂਗਾ। ਗੁਰੂ ਦੀ ਦਿੱਤੀ ਹੋਈ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਮੈਂ ਜਿਵੇਂ ਹੁਣੇ ਕਹਿ ਕੇ ਹਟਿਆ ਵਾਂ ਕਿ ਵੀ ਆਰ ਵੈਰੀ ਫੋਰਚੂਨੇਟ ਕਿ ਤੁਸੀਂ ਸਾਡੇ ਨਾਲ ਅੱਜ ਜੁੜੇ, ਸਮਾਂ ਕੱਢਿਆ। ਮੈਨੂੰ ਪਤਾ ਵਾ ਤੁਹਾਡੇ ਉੱਥੇ ਵੀ ਇੱਕ ਵਾਰਨਿੰਗ ਆਈ ਹੈ ਸ਼ਾਇਦ ਕੁਦਰਤੀ ਆਫਤ ਦੀ, ਔਰ ਇੱਥੇ ਤੇ ਅਸੀਂ ਪਿਛਲੇ ਕਰੀਬ ਆਲਮੋਸਟ 3 ਹਫ਼ਤਿਆਂ ਤੋਂ ਜੂਝ ਰਹੇ ਹਾਂ। ਰਾਈਟ ਹਾਂਜੀ ਨਹੀਂ ਜੀ, ਬਿਲਕੁਲ ਜੀ। ਹਾਂਜੀ ਸਰਦਾਰ ਹਰਦਿਆਲ ਸਿੰਘ ਜੀ, ਮੈਨੂੰ ਪਤਾ ਵਾ ਤੁਹਾਡੀ ਸੰਸਥਾ ਨੇ ਬਹੁਤ ਥਾਵਾਂ ਦੇ ਉੱਤੇ ਬੜਾ ਵੱਡਾ ਯੋਗਦਾਨ ਪਾਇਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਮੈਂ ਸ਼ੁਰੂ ਕਰਨਾ ਚਾਹੁੰਦਾ ਵਾਂ 1999 ਤੋਂ। ਖਾਲਸਾ ਦਾ 300ਵਾਂ ਸਿਰਜਣਾ ਦਿਵਸ ਸੀ ਉਸ ਵੇਲੇ, ਔਰ ਉਸ ਵੇਲੇ ਤੁਸੀਂ ਇਸ ਸੰਸਥਾ ਦੀ ਸਥਾਪਨਾ ਕੀਤੀ। ਕੀ ਮਨ 'ਚ ਆਇਆ ਔਰ ਕੀ ਇਹਦੇ ਪਿੱਛੇ ਸੋਚ ਸੀ ਸਰਦਾਰ ਹਰਦਿਆਲ ਸਿੰਘ? ਬਿਲਕੁਲ ਜੀ, ਪਹਿਲੇ ਤਾਂ ਮੈਂ ਸਾਰਿਆਂ ਸਰੋਤਿਆਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਐਂਡ ਥੈਂਕਸ ਟੂ ਯੋਰ ਮੀਡੀਅਮ ਐਂਡ ਚੈਨਲ, ਜਿਸ ਰਾਹੀਂ ਅਸੀਂ ਇਹ ਇਨਫੋਰਮੇਸ਼ਨ ਪਾਸ ਔਨ ਕਰ ਰਹੇ ਹਾਂ। 1999 ਵਿੱਚ ਮੈਂ ਇੱਥੇ ਸਟੂਡੈਂਟ ਹੁੰਦਾ ਸੀ ਉਸ ਸਮਾਂ ਵਿੱਚ, ਤੇ ਮੈਂ ਪੜ੍ਹ ਰਿਹਾ ਸੀ ਕੰਪਿਊਟਰ ਸਾਇੰਸ ਵਿੱਚ ਮਾਸਟਰਸ ਪ੍ਰੋਗਰਾਮ ਵਿੱਚ। ਤੇ ਅਸੀਂ ਇਹ ਦੇਖਿਆ ਕਿ ਨਿਊਯਾਰਕ ਦੇ ਇਲਾਕਿਆਂ 'ਚ ਉਸ ਵੇਲੇ ਕਾਫੀ ਮਾਈਗ੍ਰੇਸ਼ਨ ਹੋ ਰਹੀ ਸੀ ਸਿੱਖਾਂ ਦੀ ਫਰਮ ਪੰਜਾਬ ਤੋਂ। ਆਪ ਜਾਣਦੇ ਹੋ ਜਿਸ ਤਰ੍ਹਾਂ 84 ਤੋਂ ਬਾਅਦ ਬਹੁਤ ਸਾਰੇ ਸਿੱਖ ਜਿਹੜੇ ਆਏ ਜੀ, ਇੱਥੇ ਆ ਕੇ ਅਸਾਈਲਮ ਲਿਆ, ਸੈਟਲ ਕੀਤਾ ਆਪਣੇ ਆਪ ਨੂੰ। ਅਸੀਂ ਦੇਖਿਆ ਕਿ ਜਿਹੜੇ ਉਹ ਮਾਈਗ੍ਰੈਂਟਸ ਨੇ, ਉਹਨਾਂ ਨੂੰ ਜਿਹੜੀਆਂ ਡੇ ਟੂ ਡੇ ਪ੍ਰੋਬਲਮਸ ਆ ਰਹੀਆਂ ਨੇ, ਜਿਸ ਵੇਲੇ ਗੁਰਦੁਆਰੇ ਜਾਣਾ ਅਸੀਂ ਸੰਡੇ ਨੂੰ, ਤਾਂ ਅਸੀਂ ਉਹਨਾਂ ਦੀ ਗੱਲਾਂ ਸੁਣਨੀਆਂ, ਦੇਖਣੀਆਂ। ਸਾਨੂੰ ਰਿਅਲਾਈਜ਼ ਹੋਇਆ ਕਿ ਸਾਡੇ ਕੋਲ ਕੋਈ ਇਸ ਕਿਸਮ ਦਾ ਸਿਸਟਮ ਨਹੀਂ ਹੈ ਜਿਹਦੇ ਨਾਲ ਅਸੀਂ ਉਹਨਾਂ ਮਾਈਗ੍ਰੈਂਟਸ ਦੀਆਂ ਪ੍ਰੋਬਲਮਸ ਨੂੰ, ਸੋਸ਼ਲ, ਹਿਊਮੈਨਿਟੇਰੀਅਨ ਜਾਂ ਜਿਹੜੀਆਂ ਐਡਵੋਕੇਸੀ ਰਿਲੇਟਡ ਪ੍ਰੋਬਲਮਸ ਨੇ ਉਹਨਾਂ ਨੂੰ ਅਸੀਂ ਐਡਰੈਸ ਕਰੀਏ। ਅਸੀਂ ਇੱਥੇ ਜਿਹੜੀਆਂ ਦੂਜੀਆਂ ਆਰਗੇਨਾਈਜੇਸ਼ਨਸ ਦੀ, ਜੂਇਸ਼ ਆਰਗੇਨਾਈਜੇਸ਼ਨਸ ਜਾਂ ਹੋਰ ਕਮਿਊਨਿਟੀ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਉਹਨਾਂ ਨੂੰ ਦੇਖਿਆ ਵੀ ਕਿੱਦਾਂ ਉਹ ਕੰਮ ਕਰ ਰਹੀਆਂ ਨੇ, ਕਿਸ ਤਰ੍ਹਾਂ ਦੇ ਯੂਥ ਮਿਲ ਕੇ ਉਹਨਾਂ ਨੂੰ ਐਡਰੈਸ ਕਰ ਰਿਹਾ। ਬਸ ਇਸੇ ਬੇਸ ਦੇ ਉੱਤੇ ਅਸੀਂ ਜਿਹੜੇ ਮਾਈਗ੍ਰੈਂਟਸ ਨੇ, ਜਿਹੜੇ ਉੱਥੇ ਆਏ ਹੋਏ ਨੇ, ਆਪਣੇ ਐਕਸਟੈਂਡਡ ਪਰਿਵਾਰ ਦਾ ਹਿੱਸਾ ਜਿਹੜੇ ਹੈਗੇ ਨੇ, ਉਹਨੂੰ ਅਸੀਂ ਨਜ਼ਰ ਰੱਖਦੇ ਹੋਏ ਇਸ ਆਰਗੇਨਾਈਜੇਸ਼ਨ ਨੂੰ ਬਿਲਡ ਕੀਤਾ ਔਰ ਸ਼ੁਰੂਆਤ ਉੱਥੋਂ ਸ਼ੁਰੂ ਹੋਈ ਜੀ। ਤੇ ਤੁਹਾਡੇ ਨਾਲ ਜਿਹੜੇ 2 ਸਾਥੀ ਹੋਰ ਸਨ, ਉਹ ਕੌਣ ਸਨ ਜੀ? ਉਹ ਵੀ ਜੀ ਸਟੂਡੈਂਟ ਹੈਗੇ ਸੀ ਮੇਰੇ ਨਾਲ ਦੇ, ਤੇ ਉਹ ਇੱਕ ਦਾ ਨਾਂ ਹੈਗਾ ਸੀ ਮਨਕਮਲ ਸਿੰਘ, ਇੱਕ ਸਾਡੇ ਨਾਲ ਹੋਰ ਸੀ ਡਾਕਟਰ ਅਰਵਿੰਦਰ ਸਿੰਘ। ਤੇ ਇਹ 2 ਮੇਨ ਜਿਹੜੇ ਸੀ ਪਾਰਟਿਸਿਪੈਂਟਸ ਜਿਹੜੇ ਸਾਡੇ ਨਾਲ, ਜਿਨ੍ਹਾਂ ਨੇ ਮਿਲ ਕੇ ਸੰਸਥਾ ਸ਼ੁਰੂ ਕੀਤੀ। ਤੇ ਪਿੱਛੋਂ ਤੁਹਾਡਾ ਬੈਕਗ੍ਰਾਉਂਡ ਕੀ ਹੈ? ਓਬਵੀਅਸਲੀ ਤੁਸੀਂ ਪੰਜਾਬ ਤੋਂ ਹੋਗੇ ਜਾਂ ਹਰਿਆਣੇ ਤੋਂ, ਇਸ ਇਲਾਕੇ ਤੋਂ ਹੋਗੇ, ਕਿੱਥੋਂ ਜੇ ਤੁਸੀਂ ਪਿੱਛੋਂ? ਮੈਂ ਜੀ ਬੈਕਗ੍ਰਾਉਂਡ ਸਾਡਾ ਹੈਗਾ ਜੀ ਪੰਜਾਬ ਤੋਂ, ਅੰਮ੍ਰਿਤਸਰ ਦੇ ਇਲਾਕੇ ਦਾ ਰੀਜਨ ਹੈਗਾ ਜੀ, ਗੋਇੰਦਵਾਲ ਸਾਹਿਬ ਦੇ ਇਲਾਕੇ। ਮੈਂ ਉਸ ਏਰੀਏ ਤੋਂ ਹੈਗਾ ਜੀ, ਸਾਡਾ ਪਿੰਡ ਹੈਗਾ ਸੈਦਪੁਰ, ਸੋ ਉਸ ਏਰੀਏ ਤੋਂ ਬਿਲੋਂਗ ਕਰਦਾ। ਓਕੇ, ਬਹੁਤ ਅੱਛਾ। ਇਨਫੈਕਟ ਕਿਹੜੇ ਸਾਲ ਤੁਸੀਂ ਗਏ ਜੀ ਅਮਰੀਕਾ? ਜੀ ਮੈਨੂੰ ਹੋ ਗਿਆ 1991 ਵਿੱਚ ਮੈਂ ਇੱਥੇ ਆਇਆ ਸੀ ਜੀ, ਆਪਣੀ ਐਡਵਾਂਸ ਸਟੱਡੀਜ਼ ਦੇ ਲਈ। ਸੋ ਉਸ ਤੋਂ ਬਾਅਦ ਫਿਰ ਇੱਥੇ ਹੀ। ਬਹੁਤ ਅੱਛਾ। ਅੱਗੇ ਵੀ ਆਪਾਂ ਗੱਲਬਾਤ ਕਰਾਂਗੇ। ਮੈਂ ਆਪਣੇ ਦੂਸਰੇ ਸਾਥੀ ਜਿਹੜੇ ਨੇ ਸਰਦਾਰ ਗੁਰਵਿੰਦਰ ਸਿੰਘ, ਉਹਨਾਂ ਨੂੰ ਵੀ ਮੈਂ ਇੱਕ ਵਾਰੀ ਲਾਈਨ ਤੇ ਲੈਣਾ ਚਾਹੁੰਦਾ ਵਾਂ। ਸਰਦਾਰ ਗੁਰਵਿੰਦਰ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਹਿ ਦਿਲੋਂ ਧੰਨਵਾਦੀ ਹਾਂ, ਤੁਸੀਂ ਸਾਨੂੰ ਆਪਣੇ ਬਹੁਤ ਵਧੀਆ ਮਾਧਿਅਮ ਦੇ ਰਾਹੀਂ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਸੰਗਤ ਤੇ ਰੂਬਰੂ ਹੋ ਸਕੀਏ। ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਤੁਹਾਡਾ ਜੀ, ਤੁਸੀਂ ਸਾਡੇ ਨਾਲ ਜੁੜੇ। ਥੋੜ੍ਹਾ ਜਿਹਾ ਆਪਣੇ ਬੈਕਗਰਾਊਂਡ ਬਾਰੇ ਦੱਸੋਗੇ ਸਰਦਾਰ ਗੁਰਵਿੰਦਰ ਸਿੰਘ? ਮੈਂ ਹੁਣੇ ਜਿਵੇਂ ਪੁੱਛ ਕੇ ਹਟਿਆ, ਕਿਉਂਕਿ ਜੋ ਗੱਲਬਾਤ ਕਰੀਦੀ ਆ ਤੇ ਥੋੜ੍ਹਾ ਜਿਹਾ ਲੋਕੀ ਕਨੈਕਟ ਕਰਦੇ, ਜੇ ਪਤਾ ਹੋਵੇ ਵੀ ਕੌਣ ਕਿੱਥੋਂ ਦਾ ਹੈਗਾ। ਹਾਂਜੀ, ਸੋ ਸਾਡਾ ਹੀ ਪਰਿਵਾਰ ਤਕਰੀਬਨ, ਅਸੀਂ ਮੈਂ ਟੈਕਸਸ ਵਿੱਚ ਹੈਗਾ ਆ। ਸਾਡਾ ਪਰਿਵਾਰ ਆਇਆ ਜੀ 1985 ਵਿੱਚ। ਓਕੇ, ਸੋ ਕਾਫੀ ਅਰਸੇ ਹੋ ਗਏ ਨੇ। ਤੇ ਆਪਣੇ 84 ਦੇ ਕੱਲੂ ਘਾਰੇ ਤੋਂ ਬਾਅਦ ਅਸੀਂ ਇੱਥੇ ਵਸੇ ਆ, ਟੈਕਸਸ ਵੀ ਆਏ ਆ। ਤੇ ਸਾਡਾ ਪਿਛੋਕੜ ਜੀ ਲੁਧਿਆਣੇ ਵੱਲ ਦਾ ਆ। ਸਾਡਾ ਪਿੰਡ ਹੈਗਾ ਪੈਲ ਦੇ ਲਾਗੇ, ਖੰਨੇ ਦੇ ਲਾਗੇ ਪਿੰਡ ਆਇਆ ਧਮੋਟ। ਤੇ ਮੈਂ ਇੱਥੇ ਤਕਰੀਬਨ ਆਪਣੀ ਪੜ੍ਹਾਈ ਸਾਰੀ ਅਮਰੀਕਾ 'ਚ ਕੀਤੀ ਆ, ਚਾਹੇ ਐਲੀਮੈਂਟਰੀ ਹੋਵੇ, ਮਿਡਲ ਹੋਵੇ, ਹਾਈ ਸਕੂਲ ਹੋਵੇ। ਕਾਲਜ ਵੀ ਇੱਥੇ ਕੀਤੀ ਆ, ਮੈਂ ਟੈਲੀਕਮਿਊਨੀਕੇਸ਼ਨਸ ਇੰਜੀਨੀਅਰਿੰਗ ਕੀਤੀ ਆ। ਸੋ ਐਜ਼ ਐਨ ਐਜੂਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਅਸੀਂ ਕਾਰਜ ਆਪਣੇ ਕੀਤੇ ਨੇ। ਪਰ ਕੰਮ ਆਪਣੇ ਚਲੋ ਵਾਹਿਗੁਰੂ ਦੀ ਮਿਹਰ ਨਾਲ ਜਿਹੜਾ ਰੁਜ਼ਗਾਰ ਆ ਉਹ ਸਾਡਾ ਖੁਦ ਸੈਲਫ ਇੰਪਲੋਇਡ ਵਾਹਿਗੁਰੂ ਦੀ ਮਿਹਰ ਨਾਲ
ਐਂਡ ਆਫ ਕੋਰਸ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਜਿਹੜਾ ਅਕਾਲ ਪੁਰਖ ਨੇ ਸਾਨੂੰ ਰਿਜ਼ਕ ਦਿੱਤਾ ਆ, ਅਕਾਲ ਪੁਰਖ ਨੇ ਸਾਨੂੰ ਸਮਾਂ ਦਿੱਤਾ ਆ, ਅਕਾਲ ਪੁਰਖ ਨੇ ਸਾਨੂੰ ਕਾਬਲੀਅਤ ਦਿੱਤੀ ਆ ਕਿ ਅਸੀਂ ਪੰਥ ਦੇ ਲੇਖੇ ਵੀ ਕੁਝ ਕਰ ਸਕੀਏ, ਪੰਥ ਦੇ ਲੇਖੇ ਵੀ ਕੁਝ ਲਾ ਸਕੀਏ। ਤੇ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਯੂਨਾਈਟਿਡ ਸਟੇਟਸ ਵਰਗੀ ਸੰਸਥਾ ਨੇ ਇਹ ਇਹੋ ਜਿਹਾ ਮਾਧਿਅਮ ਬਣਾਇਆ ਆ ਇੰਟਰਨੈਸ਼ਨਲ ਤੌਰ ਤੇ ਕਿ ਅਸੀਂ ਆਪਣਾ ਸਮਾਂ ਦੇਈਏ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਅਸੀਂ ਸਹਾਇਤਾ ਪਹੁੰਚਾ ਸਕੀਏ ਤੇ ਕੋਨੇ-ਕੋਨੇ 'ਚ ਅਸੀਂ ਪਹੁੰਚ ਸਕੀਏ। ਇਹ ਅਕਾਲ ਪੁਰਖ ਦੀ ਮਿਹਰ ਦੇ ਸਦਕਾ ਹੀ ਹੁੰਦਾ ਭਾਈ ਸਾਹਿਬ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਸਰਦਾਰ ਹਰਦਿਆਲ ਸਿੰਘ, ਜਦੋਂ ਇਹ ਸੰਸਥਾ ਸ਼ੁਰੂ ਹੋਈ ਓਬਵੀਅਸਲੀ ਛੋਟੇ ਸਕੇਲ ਤੇ ਸ਼ੁਰੂ ਹੋਈ ਹੋਊਗੀ, ਹੁਣ ਤੁਹਾਡੇ ਕਿੰਨੇ ਕੁ ਵੋਲੰਟੀਅਰਸ ਨੇ ਔਰ ਜ਼ਰਾ ਦੱਸੋਗੇ ਕਿ ਕਿੰਨੇ ਕੁ ਮੁਲਕਾਂ ਦੇ ਵਿੱਚ ਤੁਸੀਂ ਹੁਣ ਤੱਕ ਰਾਹਤ ਕਾਰਜ ਜਿਹੜੇ ਨੇ ਉਹ ਪਿਛਲੇ ਕਰੀਬ 22-23 ਸਾਲਾਂ ਤੋਂ ਕਰ ਚੁੱਕੇ ਜੇ? ਹਾਂਜੀ ਬਿਲਕੁਲ ਜੀ, ਯੂਨਾਈਟਿਡ ਸਟੇਟਸ ਕੋਲ ਇਸ ਵੇਲੇ ਜੀ ਸਾਡੇ ਕੋਲ ਜਿਹੜੇ ਨੰਬਰ ਆਫ ਵੋਲੰਟੀਅਰਸ ਨੇ ਉਹ ਕੋਈ ਅਰਾਊਂਡ ਕਲੋਜ਼ ਟੂ ਲਾਈਕ ਅਰਾਊਂਡ 8000 ਸਾਡੇ ਕੋਲ ਪਲੱਸ ਵੋਲੰਟੀਅਰਸ ਹੈਗੇ ਨੇ ਵਰਲਡ ਵਾਈਡ, ਜਿਹਦੇ ਕਿ ਅਰਾਊਂਡ ਅਪਰੋਕਸੀਮੇਟਲੀ ਹਾਫ ਜਿਹੜੇ ਨੇ ਉਹ ਸਾਡੇ ਵੋਲੰਟੀਅਰਸ ਇੰਡੀਆ ਤੋਂ ਨੇ ਔਰ ਕੋਈ ਅਰਾਊਂਡ 4000 ਦੇ ਆਸ-ਪਾਸ ਸਾਡੇ ਕੋਲ ਵੋਲੰਟੀਅਰਸ ਇੰਡੀਆ 'ਚ ਨੇ। ਔਰ ਅਸੀਂ ਜਿਹੜੇ ਇਹ ਵੋਲੰਟੀਅਰਸ ਜਿਹੜੇ ਨੇ ਇਹ ਸਾਡੇ ਨਾਲ ਜੁੜੇ ਨੇ ਇਨ ਦੀਜ਼ ਲਾਸਟ ਤੁਸੀਂ ਲਾ ਲਓ ਅਪਰੋਕਸੀਮੇਟਲੀ 20 ਸਾਲ ਹੋ ਗਏ ਨੇ, 20+ ਸਾਲ ਹੋ ਗਏ ਨੇ। ਉਹਨਾਂ ਸਾਲਾਂ 'ਚ ਆਸ-ਪਾਸ ਸਾਡੇ ਨਾਲ ਸਾਡੇ ਕੰਮ ਦੇਖ ਕੇ ਸਾਡੇ ਨਾਲ ਜੁੜਦੇ ਆਏ ਨੇ, ਸਾਡੇ ਨਾਲ ਸੇਵਾ ਨਿਭਾਉਂਦੇ ਰਹੇ ਨੇ। ਔਰ ਜਿਉਂ ਆਫਤਾਂ ਆਈਆਂ ਨੇ ਡਿਫਰੈਂਟ ਕੰਟਰੀਜ਼ ਵਿੱਚ, ਭਾਵੇਂ ਉਹ ਲੀਗਲ ਮੁਸੀਬਤਾਂ ਨੇ ਜਾਂ ਜੇ ਐਡਵੋਕੇਸੀ ਰਿਲੇਟਡ ਨੇ ਜਾਂ ਜਿਹੜੀਆਂ ਸਾਡੀਆਂ ਹਿਊਮੈਨਿਟੇਰੀਅਨ ਪ੍ਰੋਬਲਮਸ ਨੇ, ਉਹਨਾਂ 'ਚ ਇਸ ਵੇਲੇ ਅਸੀਂ ਸੇਵਾ ਨਿਭਾਈ, ਜਦੋਂ ਸਾਨੂੰ ਮੌਕਾ ਮਿਲਿਆ ਸੇਵਾ ਕਰਨ ਦਾ, ਉਹਨਾਂ ਨੇ ਉਹ ਦੇਖ ਕੇ ਉਹਦੇ ਨਾਲ ਇੰਸਪਾਇਰ ਹੋ ਕੇ ਸਾਡੇ ਨਾਲ ਸਾਰੇ ਉਹ ਜੁੜੇ। ਤੁਸੀਂ ਲਾ ਲਓ ਜੀ ਜਿਹੜੇ ਸਭ ਤੋਂ ਵੱਡੇ ਫਲੱਡਸ ਜਾਂ ਕਹਿ ਸਕਦੇ ਹੋ ਸੁਨਾਮੀਜ਼ ਜਿਸ ਵੇਲੇ ਆਈਆਂ ਨੇ ਆਪਣਾ ਸਾਊਥ ਏਸ਼ੀਆ ਵਿੱਚ, ਆਪ ਜਾਣਦੇ ਹੋ ਜੀ ਜਿਸ ਤਰੀਕੇ ਨਾਲ 30 ਫੁੱਟ ਦੀ ਵਾਲ ਪਾਣੀ ਜਿਹੜੀ ਆਈ, ਉਸ ਤੋਂ ਬਾਅਦ ਜੋ ਸ਼੍ਰੀਲੰਕਾ ਤੋਂ ਲੈ ਕੇ ਥਾਈਲੈਂਡ ਤੋਂ ਲੈ ਕੇ ਇੰਕਲੂਡਿੰਗ ਇੰਡੋਨੇਸ਼ੀਆ, ਮਲੇਸ਼ੀਆ, ਇੰਡੀਆ, ਜਿਹੜੇ ਹੋਰ ਆਸਟ੍ਰੇਲੀਆ ਦੇ ਕੁਝ ਨਾਰਦਰਨ ਰੀਜਨਸ ਜਿਹੜੇ ਹੈਗੇ ਸੀ ਟੂਵਰਡਸ ਦੀ ਏਸ਼ੀਅਨ ਸਾਈਡ, ਇਹ ਸਾਰੇ ਇਲਾਕਿਆਂ ਜਿਸ ਵੇਲੇ ਇਸ਼ੂਜ਼ ਆਏ ਅਸੀਂ ਇਹ ਸਾਰੇ ਐਡਰੈਸ ਕਰਨੇ ਸ਼ੁਰੂ ਕੀਤੇ ਸੀ। ਔਰ ਵੀ ਆਰ ਸੋ ਫੋਰਚੂਨੇਟ ਵਿਦ ਗੁਰੂਜ਼ ਗ੍ਰੇਸ ਕਿ ਸਾਨੂੰ ਇਹ ਮੌਕਾ ਮਿਲਿਆ ਸੇਵਾ ਕਰਨ ਦਾ। ਤੇ ਜਿਹੜਾ ਅਸੀਂ ਸਿੱਖਿਆ ਇਸ ਦੌਰਾਨ, ਜਿਸ ਤਰ੍ਹਾਂ ਫਲੱਡਸ ਆਉਂਦੇ ਨੇ ਜਾਂ ਜਿਸ ਵੇਲੇ ਸੁਨਾਮੀ ਦੇ ਕਾਰਨ ਵੇਵਸ ਹੋ ਕੇ ਉਹ ਤਾਂ ਵੀ ਫਲੱਡਸ ਜਿਹੜੇ ਕ੍ਰੀਏਟ ਕੀਤੇ ਜਾਂਦੇ ਨੇ, ਜਾਂ ਅਰਥਕੁਏਕਸ ਇਸ ਵੇਲੇ ਪਾਕਿਸਤਾਨ ਵਿੱਚ, ਇੰਡੋਨੇਸ਼ੀਆ 'ਚ ਹਮੇਸ਼ਾ ਆਏ ਰਹਿੰਦੇ ਹੈਗੇ ਨੇ, ਜਾਂ ਅਰਥਕੁਏਕਸ ਦੇ ਕਾਰਨ ਜਿਹੜੀਆਂ ਸੁਨਾਮੀ ਦੀ ਵੇਵਸ ਬਣਦੀਆਂ ਨੇ, ਜਾਂ ਫਿਰ ਜਿਸ ਤਰ੍ਹਾਂ ਗਲੋਬਲ ਕਲਾਈਮੇਟ ਚੇਂਜ ਜਿਹੜਾ ਇਸ ਵੇਲੇ ਇੰਪੈਕਟ ਕਰ ਰਿਹਾ ਹੈ। ਸਾਡੇ ਯੂਨਾਈਟਿਡ ਸਟੇਟਸ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੈਲ ਨੋਨ ਹੈ ਕਿ ਇਹ ਅਗਸਤ ਦੇ ਮਹੀਨੇ 'ਚ ਜਿਹੜਾ ਹੈਗਾ, ਜੁਲਾਈ ਐਂਡ ਅਗਸਤ ਸ਼ੁਰੂ ਵਿੱਚ, ਸੈਪਟੈਂਬਰ ਅਕਤੂਬਰ, ਇਹ ਸਾਰਾ ਜਿਹੜਾ ਸਾਊਥ ਜਿਹੜਾ ਈਸਟ ਯੂਨਾਈਟਿਡ ਸਟੇਟਸ ਹੈਗਾ ਇਹਦੇ 'ਚ ਫਲੱਡਸ ਆਉਂਦੇ ਹੀ ਆਉਂਦੇ ਨੇ। ਹੁਣੇ ਕੈਨੇਡਾ 'ਚ ਵੀ ਤੁਸੀਂ ਨੋਟ ਕੀਤਾ ਹੋਣਾ, ਕੈਲਗਰੀ, ਅਲਬਰਟਾ, ਇਹਨਾਂ ਥਾਵਾਂ 'ਤੇ ਵੀ ਕਾਫੀ ਜਿਹੜੇ ਨੇ ਫਾਇਰ ਲੱਗਣ ਦੇ ਕਾਰਨ ਜਿਹੜੇ ਕਲਾਈਮੇਟ ਚੇਂਜ ਹੁੰਦਾ ਹੈ, ਉਸ ਤੋਂ ਇਲਾਵਾ ਜੋ ਪ੍ਰੋਬਲਮਸ ਇਹਨਾਂ ਰਾਹੀਂ ਜਿਹੜੀ ਆ ਰਹੀਆਂ ਨੇ, ਅਸੀਂ ਸਾਰੀਆਂ ਉਹ ਸਾਡੇ ਵੋਲੰਟੀਅਰਸ ਮਿਲ ਕੇ ਅਸੀਂ ਐਡਰੈਸ ਕਰਦੇ ਹਾਂ। ਅਤੇ ਇਸ ਨਾਲ ਜਿਹੜੇ ਸਾਡੇ ਲੀਗਲ ਬੈਟਲ, ਜਿਸ ਤਰ੍ਹਾਂ ਫਰਾਂਸ ਵਿੱਚ ਜੋ ਦਸਤਾਰ ਦਾ ਕੇਸ ਸੀ, ਆਪ ਸਾਰੇ ਜਾਣਦੇ ਹੋ, ਉਹ ਕੇਸ ਜਿਹੜਾ ਸਾਡੇ ਜਿਹੜੇ ਅਸੀਂ ਮਿਲ ਕੇ ਸਾਰੇ ਦੂਜੇ ਵਕੀਲਾਂ ਨਾਲ ਅਸੀਂ ਜੋ ਯੂਨਾਈਟਿਡ ਨੇਸ਼ਨ ਵਿੱਚ ਉਹ ਕੇਸ ਜਿਹੜਾ ਜਿੱਤਿਆ, ਇਨ ਦ ਸੈਂਸ ਯੂਨਾਈਟਿਡ ਨੇਸ਼ਨਸ ਨੇ ਕਿਹਾ ਫਰਾਂਸ ਨੂੰ ਕਿ ਤੁਸੀਂ ਇਸ ਇਸ਼ੂ ਬਾਰੇ ਫਿਰ ਤੋਂ ਆਪਣੀ ਦੁਹਰਾਏ, ਇਹਨੂੰ ਫਿਰ ਤੋਂ ਐਨਾਲਾਈਜ਼ ਕਰੋ ਜਿਹੜੀ ਲਾਅ ਹੈਗਾ। ਅਤੇ ਉਹਦੇ ਨਾਲ ਫਰਾਂਸ ਨੇ ਉਹਦਾ ਹਾਲੇ ਤੱਕ ਸਾਨੂੰ ਕੋਈ ਜਵਾਬ ਨਹੀਂ ਦਿੱਤਾ, ਬਟ ਅਸੀਂ ਹਰ ਵਾਰ ਇਸ ਗੱਲ ਬਾਰੇ ਫਰਾਂਸ ਨੂੰ ਦੁਹਰਾਉਂਦੇ ਹਾਂ। ਇਸ ਤੋਂ ਇਲਾਵਾ ਜਿਹੜੀਆਂ ਯੂਨਾਈਟਿਡ ਸਟੇਟਸ ਵਿੱਚ ਜਿਹੜੀਆਂ ਸਿੱਖਾਂ ਨੂੰ ਦਸਤਾਰ ਪਾ ਕੇ ਆਰਮਡ ਫੋਰਸਿਸ ਵਿੱਚ ਸਰਵ ਕਰਨ ਦੀ ਹਾਲੇ ਪੂਰੀ ਤਰ੍ਹਾਂ ਤਰੀਕੇ ਨਾਲ ਸਾਨੂੰ ਆਜ਼ਾਦੀ ਨਹੀਂ ਮਿਲੀ ਹੈਗੀ, ਸਾਨੂੰ ਐਕਸੈਪਸ਼ਨਸ ਮਿਲਦੀਆਂ ਨੇ। ਸੋ ਉਹ ਐਕਸੈਪਸ਼ਨਸ ਦੀ ਵੀ ਇੱਕ ਜੰਗ ਹੈਗੀ ਹੈ। ਔਰ ਹੇਟ ਕ੍ਰਾਈਮਸ ਜਿਹੜੇ ਹੋ ਰਹੇ ਨੇ ਸਾਰੇ ਪਾਸੇ। ਸੋ ਅਸੀਂ ਜਿਹੜਾ ਮੀਰੀ ਪੀਰੀ ਦਾ ਕਨਸੈਪਟ ਹੈਗਾ, ਜਿਸ 'ਚ ਐਡਵੋਕੇਸੀ ਔਰ ਹਿਊਮੈਨਿਟੇਰੀਅਨ ਸਰਵਿਸ ਜਿਹੜੀ ਹੈ, ਇਹਦਾ ਦੇਖਿਆ ਵੀ ਇਹਦੇ ਕੰਬੀਨੇਸ਼ਨ ਦੀ ਸਖਤ ਲੋੜ ਹੈ। ਅਦਰਵਾਈਜ਼ ਜੇ ਤੁਹਾਡੇ ਕੋਲ ਲੀਗਲ ਟੀਮ ਨਾ ਹੋਏ, ਤੁਸੀਂ ਹਮੇਸ਼ਾ ਡਿਪੈਂਡੈਂਟ ਰਹਿੰਦੇ ਹੋ। ਹਿਊਮੈਨਿਟੇਰੀਅਨ ਕੰਮ ਕਰਨ ਲਈ ਵੀ ਤੁਹਾਨੂੰ ਲੋੜ ਪੈਂਦੀ ਹੈ, ਜਿਸ ਤਰ੍ਹਾਂ ਯੂਕਰੇਨ ਸਾਡਾ ਕੰਮ ਚੱਲ ਰਿਹਾ ਹੈ, ਉਹਦੇ ਵਿੱਚ ਵੀ ਸਾਨੂੰ ਲੀਗਲ ਦੀ ਸਖਤ ਲੋੜ ਪੈਂਦੀ ਹੈ। ਸੋ ਤੁਸੀਂ ਆਲਮੋਸਟ ਆਈ ਵੁੱਡ ਸੇ ਮੋਰ ਦੈਨ 38+ ਡਿਜ਼ਾਸਟਰਸ ਗਲੋਬਲ ਵਰਲਡ ਵਾਈਡ ਅਸੀਂ ਐਡਰੈਸ ਕੀਤੇ ਨੇ। ਔਰ ਸਾਡੀ ਪਾਰਟਨਰਸ਼ਿਪ ਹੈਗੀ ਹੈ ਵਿਦ ਜਿਹੜੀਆਂ ਡਿਫਰੈਂਟ ਏਜੰਸੀਜ਼ ਨੇ, ਫੀਮਾ ਫੈਡਰਲ ਐਮਰਜੈਂਸੀ ਮੈਨੇਜਮੈਂਟ ਸਿਸਟਮ US ਦਾ ਜਿਹੜਾ ਹੈਗਾ, ਜਾਂ ਕੈਨੇਡੀਅਨ ਜਿਹੜਾ ਐਮਰਜੈਂਸੀ ਮੈਨੇਜਮੈਂਟ ਸਿਸਟਮ ਹੈਗਾ, ਰੈੱਡ ਕ੍ਰਾਸ ਨਾਲ, ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਅਸੀਂ ਸਾਡੇ ਵੋਲੰਟੀਅਰਸ ਉਹਨਾਂ ਨਾਲ ਟ੍ਰੇਨਡ ਹੈਗੇ ਨੇ। ਔਰ ਅਸੀਂ ਜਿਹੜੇ ਆਪਣੇ ਵੋਲੰਟੀਅਰਸ ਨੇ ਉਹਨਾਂ ਨਾਲ ਇੱਕ ਟ੍ਰੇਨਿੰਗ ਪ੍ਰੋਗਰਾਮ ਵੀ ਕ੍ਰੀਏਟ ਕੀਤਾ ਹੋਇਆ ਹੈ। ਔਰ ਇੱਕ ਪ੍ਰੋਪਰ ਵੋਲੰਟੀਅਰ ਮੈਨੇਜਮੈਂਟ ਲਾਈਫ ਸਾਈਕਲ ਪ੍ਰੋਗਰਾਮ ਜਿਹੜਾ ਹੈਗਾ, ਉਹਦੀ ਸਾਡੇ ਕੋਲ ਇੱਕ ਆਊਟਲਾਈਨ ਹੈਗੀ ਹੈ, ਜਿਹਦੇ ਨਾਲ ਅਸੀਂ ਆਪਣੇ ਵੋਲੰਟੀਅਰਸ ਨੂੰ ਟ੍ਰੇਨ ਕਰਕੇ ਤਿਆਰੀ ਕਰਵਾਉਂਦੇ ਹਾਂ ਕਿ ਜੇ ਇਸ ਕਿਸਮ ਦੇ ਡਿਜ਼ਾਸਟਰਸ ਆਉਂਦੇ ਨੇ ਤਾਂ ਸਰਕਾਰਾਂ ਦਾ ਜ਼ਰੂਰ ਕੰਮ ਕਰਦੀਆਂ ਨੇ, ਬਟ NGOs ਜਿਹੜਾ ਉਹਨਾਂ ਦਾ ਆਪਣਾ ਇੱਕ ਰੋਲ ਹੈਗਾ
ਔਰ ਅਸੀਂ ਪਾਕਿਸਤਾਨ ਵਿੱਚ, ਅਫਗਾਨਿਸਤਾਨ ਵਿੱਚ ਜਿਹੜੇ ਮੇਜਰ ਕੰਟਰੀਜ਼ ਨੇ ਜਿੱਥੇ ਪ੍ਰਾਇਮਰਲੀ ਜਿੱਥੇ ਸਿੱਖ ਰਹਿੰਦੇ ਨੇ, ਉੱਥੇ ਸਾਡੀ ਜਿਹੜੀ ਯੂਨਾਈਟਿਡ ਸਿੱਖਸ ਦੀ ਸੇਵਾਵਾਂ ਜਿਹੜੀਆਂ ਨੇ ਗੁਰੂ ਸਾਹਿਬ ਦੀ ਅਫਕੋਰਸ ਉਹਨਾਂ ਦੀ ਬਲੈਸਿੰਗਸ ਨਾਲ ਅਸੀਂ ਇਹ ਕਰ ਪਾਏ ਹਾਂ। ਔਰ ਇਹ ਜਿਹੜਾ ਸੇਵਾ ਦਾ ਭਾਵਨਾ ਦਾ ਜਿਹੜਾ ਐਟਰੀਬਿਊਟ ਹੈ, ਇਹ ਤਾਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ, ਉਹ ਜਿਹੜਾ ਵੀ ਐਟਰੀਬਿਊਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਪੜ੍ਹਦਾ ਹੈ, ਸੁਣਦਾ ਹੈ, ਉਹ ਇੱਕ ਨੈਚੁਰਲੀ ਐਕਲੀਮੇਟਾਈਜ਼ ਹੋ ਜਾਂਦਾ ਸੇਵਾ ਵਾਸਤੇ। ਸੋ ਸਾਨੂੰ ਜਿੱਦਾਂ ਦੂਜੇ ਅਸੀਂ ਜਿਹੜੀਆਂ ਕਮਿਊਨਿਟੀਜ਼ ਦੇਖਦੇ ਹਾਂ, ਉਹਨਾਂ ਨੂੰ ਸਪੈਸੀਫਿਕਲੀ ਟ੍ਰੇਨ ਕੀਤਾ ਜਾਂਦਾ ਹੈ, ਉਹਨਾਂ ਨੂੰ ਗਾਈਡੈਂਸਿਸ ਦਿੱਤੀਆਂ ਜਾਂਦੀਆਂ ਨੇ। ਇੱਕ ਸਿੱਖ ਜਿਹੜਾ ਹੈਗਾ ਉਹਦੇ 'ਚ ਨੈਚੁਰਲ ਐਕਲੀਮੇਟਾਈਜੇਸ਼ਨ ਅਸੀਂ ਨੋਟ ਕੀਤੀ ਹੈ ਕਿ ਜਿਹੜੀ ਕਿ ਉਹ ਦ ਮੂਮੈਂਟ ਜਿੱਥੇ ਡਿਜ਼ਾਸਟਰ ਸਟ੍ਰਾਈਕ ਕਰਦਾ, ਉਹ ਦੂਜੇ ਦਾ ਦੁੱਖ ਦਰਦ ਦੇਖ ਕੇ ਆਪਣੇ ਆਪ ਹੀ ਰੈਡੀ ਹੋ ਜਾਂਦਾ ਤਿਆਰੀ ਕਰਨ ਲਈ ਇਹਨੂੰ। ਬਟ ਅਸੀਂ ਹੁਣ ਇਹ ਦੇਖ ਰਹੇ ਹਾਂ ਕਿ ਇਹਨੂੰ ਅਸੀਂ ਸਸਟੇਨ ਕਰੀਏ ਫॉर ਅ ਲੌਂਗ ਪੀਰੀਅਡ ਆਫ ਟਾਈਮ, ਜਿਹਦੇ ਨਾਲ ਅਸੀਂ ਉਹਨਾਂ ਨੂੰ ਜਿਹੜੀਆਂ ਨਵੀਆਂ ਟ੍ਰੇਨਿੰਗਸ ਨੇ, ਨਵੀਂ ਟੈਕਨੀਕਸ ਨੇ, ਨਵੇਂ ਇਕਵਿਪਮੈਂਟ ਹੈਗਾ, ਉਹ ਸਾਰਾ ਉਹਨਾਂ ਨੂੰ ਲੈਸ ਕਰਕੇ ਉਹਦੇ ਨਾਲ ਉਹਨਾਂ ਨੂੰ ਅਸੀਂ ਆਪਣੀ ਕਮਿਊਨਿਟੀ ਨੂੰ ਤਿਆਰ ਕਰੀਏ। ਸ਼ੋਰ ਗੁਰਵਿੰਦਰ ਸਿੰਘ ਜੀ, ਜਿਵੇਂ ਹੁਣੇ ਸਰਦਾਰ ਹਰਦਿਆਲ ਸਿੰਘ ਨੇ ਦੱਸਿਆ ਵੀ ਕਈ ਮੁਲਕਾਂ ਦੇ ਵਿੱਚ ਤੁਹਾਡੀਆਂ ਟੀਮਾਂ ਤਾਇਨਾਤ ਨੇ। ਜਦੋਂ ਤੁਸੀਂ ਦੂਜੇ ਮੁਲਕਾਂ ਜਾਂਦੇ, ਯੂਕਰੇਨ ਹੋਇਆ ਜਾਂ ਟਰਕੀ ਹੋਇਆ ਜਾਂ ਹੋਰ ਕੰਟਰੀਜ਼ ਹੁੰਦੇ ਆ, ਉੱਥੇ ਦੇ ਲੋਕਲ ਲੋਕ ਵੀ ਤੁਹਾਡੀਆਂ ਟੀਮਾਂ ਦੇ ਨਾਲ ਜੁੜ ਜਾਂਦੇ ਆ, ਅਤੇ ਉੱਥੋਂ ਦੀ ਸਰਕਾਰਾਂ ਦਾ ਜਾਂ ਉੱਥੋਂ ਦੀਆਂ ਜਿਹੜੀਆਂ ਸੰਸਥਾਵਾਂ ਵਾ, ਉਹਨਾਂ ਦਾ ਕਿੰਨਾ ਕੁ ਯੋਗਦਾਨ ਤੁਹਾਨੂੰ ਮਿਲਦਾ ਗੁਰਵਿੰਦਰ ਜੀ? ਹਾਂਜੀ, ਸੋ ਭਾਈ ਸਾਹਿਬ ਇਹ ਬੜਾ ਇੱਕ ਵਧੀਆ ਸਵਾਲ ਆ। ਸਗੋਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦ ਵੀ ਅਸੀਂ ਜਾਂਦੇ ਹਾਂ, ਮੈਂ ਖੁਦ ਵੀ ਜਾ ਚੁੱਕੇ ਹਾਂ ਵੱਖ-ਵੱਖ ਮੁਲਕਾਂ ਦੇ ਵਿੱਚ, ਉਹ ਪਹਿਲਾ ਸਵਾਲ ਤਾਂ ਇਹੀ ਪੁੱਛਦੇ ਨੇ ਕਿ ਤੁਸੀਂ ਨਾ ਸਾਡੇ ਵਾਂਗੂ ਲੱਗਦੇ ਹੋ, ਨਾ ਤੁਹਾਡੀ ਭਾਸ਼ਾ ਸਾਡੇ ਨਾਲ ਰਲਦੀ ਆ, ਨਾ ਤੁਹਾਡਾ ਧਰਮ ਸਾਡੇ ਨਾਲ ਰਲਦਾ ਆ, ਤੁਹਾਡੀ ਜਿਹੜਾ ਪਿਛੋਕੜ ਆ ਕੁਝ ਵੀ ਸਾਡੇ ਨਾਲ ਰਲਦਾ ਨਹੀਂ, ਤੁਸੀਂ ਇੱਥੇ ਆਏ ਕਿਉਂ ਹੋ? ਸੋ ਅਸੀਂ ਇਹਨੂੰ ਸਾਫ਼ ਦੱਸਦੇ ਕਿ ਸਾਡੇ ਸਿਧਾਂਤ ਸਾਨੂੰ ਇਹ ਸਿੱਖਿਆ ਦਿੰਦੇ ਨੇ ਜੀ ਕਿ ਅਸੀਂ ਗਰੀਬ ਦੀ ਰੱਖਿਆ, ਜਰਵਾਣੇ ਦੀ ਬਖਿਆ ਕਰਨੀ ਹੈ ਜੀ, ਕਿ ਅਸੀਂ ਲੋੜਵੰਦ ਦੀ ਸਹਾਇਤਾ ਕਰਨੀ ਆ, ਕਿ ਅਸੀਂ ਜਿਹੜੀ ਵੀ ਪੁਕਾਰ ਆ ਇਨਸਾਨੀਅਤ ਦੀ, ਅਸੀਂ ਉਹਨੂੰ ਸੁਣਨਾ ਆ। ਤਾਂ ਫਿਰ ਜਦ ਉਹ ਚੀਜ਼ਾਂ ਸਿਰਫ ਅਸੀਂ ਕਹਿੰਦੇ ਨਹੀਂ, ਫਿਰ ਇਹ ਜਦ ਸਾਡੇ ਨੌਜਵਾਨ ਸੇਵਾ ਕਰਦੇ ਨੇ, ਜਾਂ ਸਾਡੀਆਂ ਭੈਣਾਂ ਸੇਵਾ ਕਰਦੀਆਂ ਨੇ, ਤਾਂ ਫਿਰ ਜਿਹੜੇ ਲੋਕਲ ਬੰਦੇ ਨੇ, ਜਿਹੜੇ ਵਸਿੰਦੇ ਨੇ, ਉਹ ਦੇਖ ਕੇ ਆਪ ਇੰਨਾ ਪ੍ਰਭਾਵਿਤ ਹੁੰਦੇ ਨੇ। ਤੁਸੀਂ ਯਕੀਨ ਮੰਨੋ, ਤੁਸੀਂ ਸਾਡੀ ਵੀਡੀਓਜ਼ ਦੇਖ ਸਕਦੇ ਹੋ ਯੂਕਰੇਨ ਵਿੱਚ, ਤੁਸੀਂ ਸਾਡੀ ਵੀਡੀਓਜ਼ ਦੇਖ ਸਕਦੇ ਹੋ ਟਰਕੀ ਦੇ ਵਿੱਚ, ਉਹ ਵੱਡੀ ਗਿਣਤੀ ਵਿੱਚ ਸਾਡੀ ਯੂਨਾਈਟਿਡ ਸਿੱਖ ਸੰਸਥਾ ਨਾਲ ਜੁੜ ਜਾਂਦੇ ਨੇ। ਉਹ ਕਹਿੰਦੇ ਨੇ ਜੀ ਅਸੀਂ ਵੀ ਤੁਹਾਡੇ ਨਾਲ ਸੇਵਾ ਕਰਨਾ ਚਾਹੁੰਦੇ ਹਾਂ, ਤੁਸੀਂ ਨਿਰਪੱਖ ਤਰੀਕੇ ਨਾਲ ਸੇਵਾ ਕਰਦੇ ਹੋ, ਤੁਸੀਂ ਬਿਨਾਂ ਭੇਦਭਾਵ ਦੇ ਨਾਲ ਸੇਵਾ ਕਰਦੇ ਹੋ, ਤੁਸੀਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ ਕਿ ਕੋਈ ਲੋੜਵੰਦ ਆ ਕਿ ਤੁਸੀਂ ਕਿਸੇ ਦੀ ਇਜਾਜ਼ਤ ਲੈ ਕੇ ਜਾਂ ਮਤਲਬ ਕੋਈ ਇਹੋ ਜਿਹੇ ਕੋਈ ਅੜਿੱਕਾ ਵਿੱਚ ਪੈ ਜਾਵੇ, ਤੁਸੀਂ ਉਹਦਾ ਇੰਤਜ਼ਾਰ ਕਰੀ ਜਾਓ, ਤੁਸੀਂ ਦੇਖੀ ਜਾਓ। ਨਹੀਂ, ਤੁਸੀਂ ਦੇਖਦੇ ਹੋ ਕਿ ਲੋੜ ਹੈ ਤੇ ਉਹ ਲੋੜ ਨੂੰ ਪੂਰਾ ਕਿਵੇਂ ਕੀਤਾ ਜਾ ਸਕਦਾ ਹੈ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜੀ, ਜਿਹੜਾ ਵੀ ਅਸੀਂ ਜਿੱਥੇ ਵੀ ਅਸੀਂ ਗਏ ਹਾਂ, ਜਿੱਥੇ ਵੀ ਕੁਦਰਤੀ ਆਫਤ ਆਈ ਆ, ਉਸ ਦੇ ਮੂਲ ਵਸਿੰਦੇ ਵੀ ਯੂਨਾਈਟਿਡ ਸਿੱਖਸ ਨਾਲ ਜੁੜਦੇ ਆ, ਮੂਲ ਵਸਿੰਦੇ ਵੀ ਯੂਨਾਈਟਿਡ ਸਿੱਖਸ ਨਾਲ ਸਹਾਇਤਾ ਕਰਦੇ ਆ, ਤੇ ਉਹ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਾਡੇ ਨਾਲ ਲਗਾਤਾਰ ਨਾਲ ਸਾਡੇ ਨਾਲ ਕਈ ਵਾਰ ਉਹਨਾਂ ਦੀ ਸਾਂਝ ਵੀ ਪਈ ਆ। ਕਈਆਂ ਨਾਲ ਤਾਂ ਹੋ ਗਿਆ ਕਿ ਉਹ ਲਗਾਤਾਰ ਨਾਲ ਉੱਥੇ ਕੁਛ ਨਾ ਕੁਛ ਕਰਦੇ ਹੀ ਰਹੀ ਆ, ਤੇ ਨਾਲੇ ਯੂਨਾਈਟਿਡ ਸਿੱਖਸ ਦੇ ਬੈਨਰ ਦੇ ਹੇਠ ਕਰਦੇ ਆ, ਕਿਉਂਕਿ ਉਹ ਕਹਿੰਦੇ ਕਿ ਇਹ ਇੱਕ ਸੰਸਥਾ ਆ ਜਿਹੜੀ ਬਿਨਾਂ ਵੀ ਕੋਈ ਭੇਦਭਾਵ ਨਾਲ, ਬਿਨਾਂ ਵੀ ਕੋਈ ਇਹੋ ਜਿਹੀ ਚੀਜ਼ ਦੇ ਨਾਲ ਕੋਈ ਰੇਖਾ ਬੰਨ੍ਹ ਕੇ ਨਹੀਂ ਸੇਵਾ ਕਰਦੀ। ਇਹ ਲੋੜ ਦੇਖ ਕੇ ਉਹ ਲੋੜ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ। ਬਹੁਤ ਅੱਛਾ। ਸਰਦਾਰ ਹਰਦਿਆਲ ਸਿੰਘ ਜੀ, ਕਈ ਵਾਰ ਸਰਕਾਰਾਂ ਤੋਂ ਤੁਹਾਨੂੰ ਮਦਦ ਵੀ ਮਿਲਦੀ ਹੋਊਗੀ, ਕਈ ਵਾਰ ਸਰਕਾਰਾਂ ਤੋਂ ਦਿੱਕਤਾਂ ਵੀ ਆਉਂਦੀਆਂ ਹੋਣੀਆਂ, ਕਿਉਂਕਿ ਸਰਕਾਰਾਂ ਨੂੰ ਲੱਗਦਾ ਹੋਊ ਵੀ ਸ਼ਾਇਦ ਇਹ ਸਾਡੇ ਕੰਮ 'ਚ ਦਖਲ ਦੇ ਰਹੇ ਆ। ਪਿੱਛੇ ਜੇ ਮੈਨੂੰ ਪਤਾ ਵਾ ਪੰਜਾਬ ਦੇ ਵਿੱਚ ਤੁਹਾਡਾ ਟਵਿੱਟਰ ਅਕਾਊਂਟ ਵੀ ਥੋੜ੍ਹੀ ਦੇਰ ਵਾਸਤੇ ਬੰਦ ਹੋ ਗਿਆ ਸੀਗਾ। ਇਸੇ ਤਰ੍ਹਾਂ ਹੀ ਸ਼ਾਇਦ ਇੱਕ ਹੋਰ ਸੰਸਥਾ ਵਾ ਖਾਲਸਾ ਏਡ, ਉਹਨਾਂ ਦਾ ਵੀ ਸ਼ਾਇਦ ਟਵਿੱਟਰ ਅਕਾਊਂਟ ਜਿਹੜਾ ਵਾ ਉਹਨੂੰ ਦਿੱਕਤਾਂ ਆਈਆਂ। ਇਹ ਜਿਹੜੀਆਂ ਦਿੱਕਤਾਂ ਵਾ, ਫਿਰ ਇਹਨਾਂ ਦਾ ਤੁਸੀਂ ਕਿਵੇਂ ਸਾਹਮਣਾ ਕਰਦੇ ਜੇ? ਕਿਵੇਂ ਤੁਸੀਂ ਉਹਨਾਂ ਸਰਕਾਰਾਂ ਨਾਲ ਕੰਮ ਕਰਦੇ ਜੇ ਜਿੱਥੇ ਤੁਹਾਨੂੰ ਥੋੜ੍ਹੀਆਂ ਬਹੁਤ ਪ੍ਰੋਬਲਮਸ ਕ੍ਰੀਏਟ ਕਰਦੇ ਆ? ਹਾਂਜੀ, ਇਹ ਸਮੇਂ-ਸਮੇਂ ਦੇ ਚੈਲੰਜਸ ਨੇ ਜੀ ਜਿਹੜੇ ਆਉਂਦੇ ਨੇ ਸਾਹਮਣੇ, ਔਰ ਸਾਡੀ ਜਿਹੜੀ ਲੀਗਲ ਟੀਮ ਹੈ ਉਹਨੂੰ ਐਡਰੈਸ ਕਰਦੀ ਹੈ। ਇਸ ਤਰ੍ਹਾਂ ਹੀ ਸਾਡਾ ਚੈਲੰਜ ਜਿਸ ਵੇਲੇ ਆਪ ਜਾਣਦੇ ਹੋ, ਜਿਸ ਵੇਲੇ ਭਾਈ ਅਮਰਪਾਲ ਸਿੰਘ ਦਾ ਕੇਸ ਜਿਹੜਾ ਸਾਨੂੰ ਆਇਆ ਸੀ, ਜਿਸ ਵੇਲੇ ਉਹ ਇੱਕ ਟੀਚਰ ਨੇ ਔਰ ਐਡਰੈਸ ਕਰ ਇਸ਼ੂਜ਼ ਨੂੰ, ਔਰ ਉਹਨਾਂ ਦੌਰਾਨ ਵਿੱਚ ਇੰਟਰਨੈਟ ਡਿਸਕਨੈਕਟ ਕਰਤਾ ਗਿਆ ਸੀ ਪੰਜਾਬ ਵਿੱਚ, ਔਰ ਜਿਹੜੇ ਇੱਥੋਂ ਦੇ USA ਸਿਟੀਜ਼ਨਸ ਜਾਂ ਜਿਹੜਾ ਤੋਂ ਹੋਰ ਵਰਲਡ ਵਾਈਡ ਗਏ ਹੋਏ ਸੀ, ਉਹਨਾਂ ਦੇ ਪਰਿਵਾਰਾਂ ਨੇ ਸਾਨੂੰ ਰੀਚ ਆਊਟ, ਉਹਨਾਂ ਨੇ ਕਿਹਾ ਕਿ ਬਈ ਸਾਡੀ ਮਦਦ ਕਰੋ। ਸਾਡੇ ਚੈਪਟਰ ਨੂੰ ਉਹਨਾਂ ਨੇ ਕੰਟੈਕਟ ਕੀਤਾ ਕਿ ਤੁਸੀਂ ਸਾਡੇ ਜਿਹੜੇ ਰਿਲੇਟਿਵਸ ਨੇ ਉਹਨਾਂ ਨਾਲ ਦੱਸੋ ਵੀ ਠੀਕ ਠਾਕ ਨੇ ਕਿ ਨਾ ਰੀਚ ਆਊਟ ਕਰ ਪਾ। ਇਸ ਤਰ੍ਹਾਂ ਹੀ ਰੈੱਡ ਕਰਾਸ ਇਸ ਵੇਲੇ ਵਾਰ ਜਿਹੜੀ ਚੱਲਦੀ ਹੈ ਹੁੰਦੀ ਹੈ, ਤੇ ਰੈੱਡ ਕਰਾਸ ਦਾ ਆਪਣਾ ਇੱਕ ਵਿੰਗ ਹੈਗਾ ਜਿਹਦੇ ਵਿੱਚ ਉਹ ਇੱਕ ਹੈਲਪਲਾਈਨ ਰਾਹੀਂ ਆਨਲਾਈਨ ਇੱਕ ਸਿਸਟਮ ਕ੍ਰੀਏਟ ਕਰਦੇ ਨੇ। ਅਸੀਂ ਉਸ ਤਰ੍ਹਾਂ ਇੱਕ ਸਿਸਟਮ ਕ੍ਰੀਏਟ ਕੀਤਾ, ਇੱਕ ਹੈਲਪਲਾਈਨ ਕ੍ਰੀਏਟ ਕੀਤੀ,
ਅਸੀਂ ਆਪਣੇ ਚੈਪਟਰ ਨੂੰ ਨਾਲ ਕਨੈਕਟ ਕੀਤਾ ਲੋਕਲੀ, ਉਹਨਾਂ ਨੂੰ ਇੰਸਟਰਕਸ਼ਨਸ ਕਿ ਵੀ ਤੁਸੀਂ ਜਾ ਕੇ ਉੱਥੇ ਹੈਲਪ ਕਰੋ। ਸਾਡੇ ਕੋਲ ਜਿਹੜਾ ਇੱਕ ਸੈਟਲਾਈਟ ਸਿਸਟਮ ਹੈਗਾ ਜਿਹਦੇ ਨਾਲ ਅਸੀਂ ਕਮਿਊਨੀਕੇਟ ਕਰ ਸਕਦੇ ਹਾਂ, ਜਿਹਦੇ ਨਾਲ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਗੱਲਾਂ ਕਿ ਬਈ ਕਿ ਕੋਈ ਐਮਰਜੈਂਸੀ ਹੈ, ਤੁਸੀਂ ਉੱਥੇ ਮਦਦ ਕਰੋ। ਸੋ ਉਸ ਦੌਰਾਨ ਜਿਸ ਵੇਲੇ ਅਸੀਂ ਜਿਹੜੀਆਂ ਰਿਐਲਿਟੀ ਸਾਡੇ ਸਾਹਮਣੇ ਆਈਆਂ, ਅਸੀਂ ਉਹ ਰਿਐਲਿਟੀਜ਼ ਜਿਹੜੀਆਂ ਆਪਣੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦੱਸੀਆਂ, ਬਿਕੋਜ਼ ਅਸੀਂ ਨਿਰਪੱਖ ਹੋ ਕੇ, ਜਿਸ ਤਰ੍ਹਾਂ ਗੁਰਵਿੰਦਰ ਮੇਰੇ ਛੋਟੇ ਵੀਰ ਨੇ ਗੱਲ ਦੱਸੀ, ਉਸ ਤਰ੍ਹਾਂ ਕੰਮ ਕਰਦਾ, ਉਹਨੂੰ ਦੇਖ ਕੇ ਸਾਡਾ ਜਿਹੜਾ ਸੀ ਟਵਿੱਟਰ ਹੈਂਡਲ ਬੈਕ। ਸੋ ਅਸੀਂ ਫਿਰ ਸਾਡੀ ਲੀਗਲ ਟੀਮ ਨੇ ਰੀਚ ਆਊਟ ਕੀਤਾ ਟਵਿੱਟਰ ਨੂੰ, ਕੈਲੀਫੋਰਨੀਆ 'ਚ ਔਰ ਜਿਹੜੀਆਂ ਫੇਸਬੁੱਕ ਦੇ ਸੋਸ਼ਲ ਹੈਂਡਲਸ ਨੇ। In fact, you'll be surprised to know ਕਿ ਜਿਹੜਾ the attack to ban or I would say that ਜਿਹੜਾ ਸਾਨੂੰ ਬੈਨ ਕਰਨ ਦਾ ਜੋ ਮੁਹਿੰਮ ਸੀ, ਉਹ ਕੱਲਾ ਇੰਡੀਆ ਤੋਂ ਨਹੀਂ, ਜਰਮਨੀ ਤੋਂ, ਹੋਰ ਜਿਹੜੀਆਂ ਜਿਹੜੇ ਬੈਲਜੀਅਮ ਜਾਂ ਹੋਰ ਜਿਹੜੇ ਏਰੀਆਜ਼ ਨੇ, ਜਿਹੜੀਆਂ ਉੱਥੇ ਦੀਆਂ ਕੁਝ ਲੌਬੀਜ਼ ਨੇ, ਉਹਨਾਂ ਨੇ ਰੀਚ ਆਊਟ ਕਰਕੇ ਕਿਹਾ ਕਿ ਬਈ ਕਿ ਇਹਨਾਂ ਮੁਲਕਾਂ ਨੂੰ ਬੈਨ। In fact, Canada refused, Germany refused, Belgium refused, और यूके तो चलो वो तो रिफ्यूज करना ही सी। इंडिया का असीं जिथे जिथे बैन हो गया साडा, उन्होंने फिर बेसिकली जिस लीगल टीम ने रीच आउट किया, उन्होंने एक लैटर लिखिया और जिहड़ा इंडिया जो सिस्टम हैंडल करदा असीं उन्हां दी कॉन्टैक्ट कीता, उन्होंने दस्सिया भी कि दसो इहदे च की गलत गल हैगी। एंड आफ्टर सम टाइम पिछले महीने ही साडा जिहड़ा हैंडल सी जिहड़ा ओके थैंक यू। ਗੁਰਵਿੰਦਰ ਸਿੰਘ ਜੀ, ਮੈਂ ਹੁਣ ਪੰਜਾਬ 'ਤੇ ਆਉਣਾ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਕਾਫੀ ਕਈ ਥਾਵਾਂ 'ਤੇ ਗੰਭੀਰ ਬਣੀ ਹੋਈ ਹੈ ਔਰ ਤੁਹਾਡੀਆਂ ਟੀਮਸ ਜਿਹੜੀਆਂ ਥਾਂ ਤਾਇਨਾਤ ਨੇ। ਗੁਰਵਿੰਦਰ ਜੀ ਦੱਸੋਗੇ ਜ਼ਰਾ ਇਸ ਵੇਲੇ ਟੋਟਲ ਕਿੰਨੀਆਂ ਟੀਮਾਂ ਤੁਹਾਡੀਆਂ ਪੰਜਾਬ 'ਚ ਕੰਮ ਕਰ ਰਹੀਆਂ ਤੇ ਪੰਜਾਬ ਸਰਕਾਰ ਵੱਲੋਂ ਕਿੰਨੀ ਕੁ ਤੁਹਾਨੂੰ ਮਦਦ ਮਿਲ ਰਹੀ ਹੈ, ਜੇ ਮਦਦ ਮਿਲ ਰਹੀ ਹੈ ਕੋਈ? ਦੇਖੋ ਜੀ, ਮਤਲਬ ਇਹ ਅਸੀਂ ਗੱਲ ਹਮੇਸ਼ਾ ਕਰਦੇ ਹਾਂ ਕਿ ਸਿੱਖ ਤੇ ਪੰਜਾਬੀ ਜਿੱਥੇ ਮਰਜ਼ੀ ਵਸਦੇ ਹੋਣ, ਸਾਡੀ ਰੀੜ੍ਹ ਦੀ ਹੱਡੀ, ਸਾਡੀ ਤੁਸੀਂ ਕਹਿ ਸਕਦੇ ਹੋ ਕਿ ਸਾਡੀ ਆਤਮਾ, ਸਾਡੀ ਰੂਹ ਪੰਜਾਬ ਨਾਲ ਸਦਾ ਜੁੜਦੀ ਰਹੇਗੀ। ਬਿਲਕੁਲ, ਤੇ ਜੁੜੀ ਹੈ ਨਾ ਜੀ। ਸੋ ਜਦ ਅਸੀਂ ਦੇਖਿਆ ਕਿ ਪੰਜਾਬ ਹੜ੍ਹਾਂ ਦੀ ਹੇਠ ਮਤਲਬ ਡੁੱਬ ਰਿਹਾ ਆ, ਸਿਸਕੀਆਂ ਲੈ ਰਿਹਾ ਆ, ਉਸੇ ਵੇਲੇ ਪਹਿਲਾਂ ਤਾਂ ਸਾਡੇ ਵਾਲੰਟੀਅਰ ਬੜੇ ਤਤਪਰ ਸੀਗੇ। ਸਾਡੀਆਂ ਜੀ ਟੀਮਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਰੋਪੜ ਹੋ ਗਿਆ, ਲੋਹੀਆਂ ਸ਼ਾਹਕੋਟ ਹੋ ਗਿਆ, ਜਲੰਧਰ ਹੋ ਗਿਆ, ਲੁਧਿਆਣਾ ਹੋ ਗਿਆ, ਪਟਿਆਲਾ ਹੋ ਗਿਆ, ਬਟਾਲਾ ਹੋ ਗਿਆ, ਇਹ ਪੂਰੇ ਇਲਾਕਿਆਂ ਵਿੱਚ ਸਾਡੀਆਂ ਟੀਮਾਂ ਸੇਵਾ ਕਰ ਰਹੀਆਂ ਨੇ, ਲਗਾਤਾਰ ਸੇਵਾ ਕਰ ਰਹੀਆਂ ਨੇ। ਤੇ ਜਿਵੇਂ ਸ਼ੁਰੂ ਤੋਂ ਸਾਡੇ ਪ੍ਰੋਜੈਕਟ ਹੁੰਦੇ ਨੇ ਕਿ ਅਸੀਂ 3 ਫੇਜ਼ ਵਿੱਚ ਕੰਮ ਕਰਦੇ ਹਾਂ, ਕਿਉਂਕਿ ਯੂਨਾਈਟਿਡ ਨੇਸ਼ਨਸ ਤੋਂ ਮਾਨਤਾ ਪ੍ਰਾਪਤ ਕਰ ਚੁੱਕੀ ਇੱਕ ਸਿੱਖ ਸੰਸਥਾ ਆ, ਜੋ ਇੱਕ ਬੜੀ ਫਖਰ ਵਾਲੀ ਤੇ ਮਾਣ ਵਾਲੀ ਗੱਲ ਆ ਜੀ। ਸੋ ਅਸੀਂ ਜੀ 3 ਫੇਜ਼ ਵਿੱਚ ਕੰਮ ਕਰਦੇ ਹਾਂ। ਪਹਿਲੀ ਫੇਜ਼ ਹੁੰਦੀ ਹੈ ਹਮੇਸ਼ਾ ਕਿ ਤੁਸੀਂ ਇਮੀਡੀਏਟ ਰਿਲੀਫ ਲੈ ਕੇ ਜਾਣੀ, ਤੁਸੀਂ ਜਾਨ ਮਾਲ ਦੀ ਬਚਾਓ ਕਰਨੀ। ਸੋ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ, ਸਾਡੇ ਨੌਜਵਾਨ ਮੋਢਿਆਂ ਤੱਕ ਪਾਣੀ ਆ, ਉਹ ਬਜ਼ੁਰਗਾਂ ਨੂੰ ਮੋਢਿਆਂ ਤੇ ਚੱਕ ਕੇ, ਗੋਦੀ ਚ ਬੱਚਿਆਂ ਨੂੰ ਚੱਕ ਕੇ ਉਹ ਮਹਿਫੂਜ਼ ਜਗ੍ਹਾ ਤੇ ਪਹੁੰਚਾ ਰਹੇ ਨੇ, ਟਰਾਲੀਆਂ ਤੇ ਰੱਖ ਰਹੇ ਨੇ, ਘਰੋਂ ਕੱਢ ਰਹੇ ਨੇ, ਬਚਾ ਰਹੇ ਨੇ ਜੀ। ਉਹ ਤੋਂ ਬਾਅਦ ਜੀ ਹੁੰਦਾ ਕਿ ਰੀਹੈਬਿਲਿਟੇਸ਼ਨ ਤੇ ਰੀਬਿਲਡਿੰਗ, ਕਿ ਤੁਸੀਂ ਜਦ ਕਿਸੇ ਨੂੰ ਬਚਾ ਲਿਆ ਫਿਰ ਉਹਦੇ, ਕਿਉਂਕਿ ਪਾਣੀ ਦੀ ਮਾਰ ਇਹੋ ਜਿਹੀ ਆ ਕਿ ਤੁਹਾਡਾ ਕੁਛ ਨਹੀਂ ਬਚਦਾ ਘਰ ਦੇ ਵਿੱਚ, ਕੱਪੜੇ ਲੀੜੇ, ਦਵਾਈਆਂ, ਸਮਾਨ, ਇਲੈਕਟ੍ਰੋਨਿਕਸ, ਕੁਛ ਵੀ ਹੈਗਾ ਆ, ਕੁਛ ਵੀ ਤੁਹਾਡਾ ਰਹਿੰਦਾ ਨਹੀਂ। ਸੋ ਉਹ ਬੰਦੇ ਨੂੰ ਖਾਣਾ ਵੀ ਚਾਹੀਦਾ ਆ, ਉਹਨੂੰ ਹਾਈਜੀਨ ਲਈ ਟੂਥ ਬਰਸ਼ ਵਗੈਰਾ, ਸਾਬਣ ਦਾਨੀ ਉਹ ਵੀ ਚਾਹੀਦੀ ਆ, ਉਹਨੂੰ ਕੱਪੜੇ ਲੀੜੇ ਵੀ ਚਾਹੀਦੇ ਆ, ਉਹਨੂੰ ਪਾਣੀ ਵੀ ਚਾਹੀਦਾ। ਪਰ ਇੱਕ ਜਿਹੜੀ ਜ਼ਰੂਰੀ ਚੀਜ਼ ਆ ਉਹ ਦਵਾਈਆਂ ਦੀ ਆ, ਉਹ ਮੈਡੀਕਲ ਚੈੱਕਅਪ ਦੀ ਆ। ਸੋ ਸਾਡੀਆਂ ਮੈਡੀਕਲ ਚੈੱਕਅਪਸ ਜੀ, ਮੈਡੀਕਲ ਜਿਹੜੀਆਂ ਆਪਣੀ ਕੈਂਪਸ ਚੱਲ ਰਹੀਆਂ ਨੇ, 300 ਤੋਂ ਵੱਧ ਪਿੰਡਾਂ ਵਿੱਚ ਅਸੀਂ ਜਾ ਕੇ ਸੇਵਾ ਕਰ ਚੁੱਕੇ ਹਾਂ। ਇਹੀ ਗੱਲ ਨਹੀਂ, ਵੈਟਰਨਰੀ ਡਾਕਟਰ ਵੀ ਲੈ ਕੇ ਆਏ, ਕਿਉਂਕਿ ਦੇਖੋ ਅਸੀਂ ਜਾਣਦੇ ਹਾਂ ਸਾਡਾ ਪਿਛੋਕੜ ਕਿਸਾਨੀ ਨਾਲ ਜੁੜਿਆ ਆ ਜੀ। ਜਿੰਨਾ ਸਾਨੂੰ ਆਪਣੇ ਪਰਿਵਾਰਾਂ ਦੀ ਫਿਕਰ ਆ, ਓਨੇ ਹੀ ਸਾਨੂੰ ਸਾਡੇ ਬੱਚਿਆਂ ਤੇ ਡੰਗਰਾਂ ਦੀ ਫਿਕਰ ਆ। ਠੀਕ ਹੈ ਜੀ, ਹੈ ਨਾ ਜੀ। ਸੋ ਉਹਨਾਂ ਨੂੰ ਚਾਰਾ ਦੇਣਾ, ਉਹਨਾਂ ਨੂੰ ਜੇ ਦਵਾਈ ਦੀ ਲੋੜ ਆ, ਵੈਟਰਨਰੀ ਡਾਕਟਰ ਉਹਨਾਂ ਦੀ ਵੀ ਮਲਮ ਪੱਟੀ ਜਾਂ ਜੋ ਵੀ ਉਹਨੂੰ ਜ਼ਰੂਰਤ ਪੈਂਦੀ ਹੈ ਉਹਦੀ ਵੀ ਸਹਾਇਤਾ ਹੋ ਰਹੀ ਆ। ਤੇ ਤੀਜੀ ਫੇਜ਼ ਹੁੰਦੀ ਹੈ ਜੀ ਸੈਲਫ ਸਫੀਸ਼ੀਐਂਸੀ, ਕਿ ਹੁਣ ਤੁਸੀਂ ਪਾਣੀ ਦੇ ਦਿੱਤਾ ਹੈ, ਹੁਣ ਤੁਸੀਂ ਖਾਣਾ ਦੇ ਦਿੱਤਾ ਹੈ, ਹੁਣ ਤੁਸੀਂ ਮੈਡੀਕਲ ਚੈੱਕਅਪਸ ਕਰ ਦਿੱਤੇ, ਹੁਣ ਤੁਸੀਂ ਇਹ ਕਰਨਾ ਹੈ ਕਿ ਉਹ ਜਿਹੜੇ ਪਰਿਵਾਰ ਨੇ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋ ਸਕਣ ਜੀ। ਕਿ ਅੰਗਰੇਜ਼ੀ ਚ ਕਹਾਵਤ ਆ, ਯੂ ਫੀਡ ਅ ਮੈਨ ਅ ਫਿਸ਼, ਯੂ ਫੀਡ ਹਿਮ ਫॉर ਅ ਡੇ, ਇਫ ਯੂ ਟੀਚ ਅ ਮੈਨ ਟੂ ਫਿਸ਼, ਯੂ ਫੀਡ ਹਿਮ ਫॉर ਅ ਲਾਈਫ ਟਾਈਮ। ਕਿ ਹੁਣ ਅਸੀਂ ਇਹ ਨਹੀਂ ਕਿ ਅਸੀਂ ਪਰਿਵਾਰਾਂ ਨੂੰ ਖਾਣਾ ਦੇਈ ਜਾਈਏ, ਕਿਉਂਕਿ ਉਹ ਤਾਂ ਹਫ਼ਤੇ 2 ਹਫ਼ਤੇ ਮਹੀਨੇ ਲਈ ਦਿੱਤਾ ਜਾਵੇਗਾ, ਪਰ ਉਸ ਤੋਂ ਬਾਅਦ ਉਹ ਪਰਿਵਾਰਾਂ ਨੂੰ ਖੁਦ ਆਪਣੇ ਪੈਰਾਂ ਤੇ ਖੜੇ ਕਿਵੇਂ ਕੀਤਾ ਜਾ ਸਕਦਾ ਜੀ। ਹਾਂਜੀ, ਸੋ ਉਹ ਸਾਡਾ ਪ੍ਰੋਜੈਕਟ ਕਿਰਤੀ ਵੈਸੇ ਵੀ ਚੱਲ ਰਿਹਾ।
ਕਿ ਕਿਸ ਨੂੰ ਈ ਰਿਕਸ਼ਾ ਦੇਤਾ, ਕਿਸ ਨੂੰ ਵੈਲਡਿੰਗ ਦੇਤੀ, ਕਿਸ ਨੂੰ ਟ੍ਰੇਨਿੰਗ ਦੇਤੀ, ਪਰ ਉਹਦੇ ਕਾਰੋਬਾਰ ਦੇ ਰਾਹੀਂ ਉਹਨੂੰ ਮੁੜ ਆਪਣੇ ਪੈਰਾਂ ਤੇ ਖੜਾ ਕੀਤਾ ਜਾਵੇ, ਉਹਨਾਂ ਦੇ ਘਰਾਂ ਦੀ ਉਸਾਰੀ ਕੀਤੀ ਜਾਵੇ। ਸੋ ਕਹਿਣ ਦਾ ਭਾਵ ਆ ਕਿ ਪੰਜਾਬ ਨੂੰ ਮੁੜ ਬਹਾਲ ਕੀਤਾ ਜਾਵੇ। ਸਾਡੇ ਜੀ ਤਕਰੀਬਨ 70-75 ਤੋਂ ਜ਼ਿਆਦਾ ਵੋਲੰਟੀਅਰ ਗਰਾਊਂਡ ਤੇ ਕੰਮ ਕਰ ਰਹੇ ਨੇ। ਤੁਸੀਂ ਕਹਿ ਸਕਦੇ ਹੋ ਕਿ 40-50 ਜਣੇ ਬੈਕਗਰਾਊਂਡ 'ਚ ਹੈਗੇ ਨੇ, ਕਿਸੇ ਨੇ ਫੋਨ ਕਰਨੇ, ਕਿਸੇ ਨੇ ਸਹਾਇਤਾ ਦੇਣੀ, ਕਿਸੇ ਨੇ ਗੱਡੀ ਪ੍ਰਦਾਨ ਕਰਨੀ, ਕਿਸੇ ਨੇ ਕੁਛ ਕਰਨਾ। ਤਕਰੀਬਨ 30-40 ਇੰਟਰਨੈਸ਼ਨਲ ਤੌਰ ਤੇ ਸਾਡੇ ਬੈਕ ਐਂਡ ਤੇ ਕਰ ਰਹੇ ਨੇ ਕੰਮ, ਚਾਹੇ ਉਹ ਰਾਬਤਾ ਰੱਖਣਾ, ਚਾਹੇ ਉਹਨਾਂ ਨੂੰ ਸਹੂਲਤਾਂ ਦੇਣੀਆਂ, ਚਾਹੇ ਕੁਛ ਲਿਖਣਾ ਆ, ਚਾਹੇ ਕਿਸੇ ਦਾ ਪ੍ਰਬੰਧ ਕਰਨਾ ਆ। ਸੋ ਤੁਸੀਂ ਅੰਦਾਜ਼ੇ ਨਾਲ ਕਹਿ ਸਕਦੇ ਹੋ ਕਿ ਤਕਰੀਬਨ 150 ਵੋਲੰਟੀਅਰ ਲਗਭਗ ਵਾਹਿਗੁਰੂ ਦੀ ਮਿਹਰ ਦੇ ਨਾਲ ਜੀ ਪੰਜਾਬ ਦੇ ਪ੍ਰੋਜੈਕਟ ਤੇ ਸਿੱਧੇ ਜਾਂ ਸਿੱਧੇ ਤੌਰ ਤੇ ਸਹਾਇਤਾ ਕਰ ਰਿਹਾ ਆ, ਆਪਣਾ ਸਮਾਂ ਕੱਢ ਰਿਹਾ। ਬਹੁਤ ਅੱਛਾ, ਬਹੁਤ ਅੱਛਾ। ਔਰ ਅੱਜ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਏ ਹਾਂ। ਸਾਡੇ ਨਾਲ ਬਹੁਤ ਮੰਨੀਆਂ ਪ੍ਰਮੰਨੀਆਂ ਦੋ ਸ਼ਖਸੀਅਤਾਂ ਨੇ। ਯੂਨਾਈਟਿਡ ਸਿੱਖਸ ਦੇ ਆਗੂ ਨੇ ਸਰਦਾਰ ਹਰਦਿਆਲ ਸਿੰਘ ਤੇ ਸਰਦਾਰ ਗੁਰਵਿੰਦਰ ਸਿੰਘ। ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਇਹਨਾਂ ਦੀ ਸੰਸਥਾ ਦਾ ਬਹੁਤ ਵੱਡਾ ਯੋਗਦਾਨ ਆ। ਜਿੱਥੇ ਵੀ ਕੁਦਰਤੀ ਆਫਤ ਆਉਂਦੀ ਆ ਉੱਥੇ ਇਹਨਾਂ ਦੇ ਵੋਲੰਟੀਅਰਸ ਪਹੁੰਚਦੇ ਆ। ਇਸ ਵੇਲੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਇਹਨਾਂ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਔਰ ਬਹੁਤ ਸ਼ਲਾਘਾਯੋਗ ਕੰਮ ਜਿਹੜਾ ਵਾ ਉਹ ਹੋ ਰਿਹਾ ਵਾ। ਔਰ ਬਹੁਤ ਪਾਸਿਓਂ ਇਹਦੀ ਤਾਰੀਫ ਵੀ, ਜੋ ਕੰਮ ਹੋ ਰਿਹਾ ਵਾ ਇਹਦੀ ਤਾਰੀਫ ਵੀ ਹੋ ਰਹੀ ਆ। ਮੈਂ ਪਹਿਲੇ ਸੈਗਮੈਂਟ ਦੇ ਵਿੱਚ ਇਹਨਾਂ ਦੋਵਾਂ ਸੱਜਣਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ। ਮੈਂ ਗੱਲਬਾਤ ਕੰਟੀਨਿਊ ਕਰ ਸਕਦਾ ਸੀ, ਪਰ ਮੈਂ ਚਾਹੁੰਦਾ ਵਾਂ ਕਿ ਤੁਸੀਂ ਵੀ ਉਹਨਾਂ ਦੇ ਨਾਲ ਰੂਬਰੂ ਹੋ, ਤੁਸੀਂ ਵੀ ਉਹਨਾਂ ਦੇ ਨਾਲ ਗੱਲਬਾਤ ਕਰ ਸਕੋ। ਸੋ ਹੁਣ ਅਸੀਂ ਇਹ ਸੈਗਮੈਂਟ ਜਿਹੜਾ ਵਾ ਅਸੀਂ ਕਾਲਰਸ ਵਾਸਤੇ ਖੋਲ੍ਹ ਰਹੇ ਹਾਂ। ਜੇ ਤੁਸੀਂ ਕਾਲ ਕਰਕੇ ਸਰਦਾਰ ਹਰਦਿਆਲ ਸਿੰਘ ਜਾਂ ਗੁਰਵਿੰਦਰ ਸਿੰਘ ਨਾਲ ਗੱਲਬਾਤ ਕਰਨੀ ਚਾਹੋ, ਕੋਈ ਸੁਝਾਅ ਦੇਣਾ ਚਾਹੋ, ਕੋਈ ਸਵਾਲ ਪੁੱਛਣਾ ਚਾਹੋ ਤਾਂ ਤੁਸੀਂ ਪੁੱਛ ਸਕਦੇ ਜੇ। ਇੱਥੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵਾਂ ਕਿ ਇਹ ਦੋਵੇਂ ਜਿਹੜੇ ਨੇ ਪ੍ਰੋਫੈਸ਼ਨਲਸ ਨੇ, ਆਪਣਾ ਆਪਣਾ ਕੰਮ ਕਰਦੇ ਆ, ਪਰ ਆਪਣਾ ਸਮਾਂ ਕੱਢ ਕੇ, ਆਪਣੇ ਕੰਮ 'ਚੋਂ ਸਮਾਂ ਕੱਢ ਕੇ ਉਹ ਇਸ ਵੋਲੰਟੀਅਰ ਕੰਮ ਦੇ ਵਿੱਚ ਪਏ ਹੋਏ ਆ। ਔਰ ਇਸ ਵੇਲੇ ਉਹਨਾਂ ਦੇ ਨਾਲ ਹਜ਼ਾਰਾਂ ਲੋਕ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਉਹ ਜੁੜੇ ਹੋਏ ਨੇ। ਔਰ ਪੰਜਾਬ, ਇੰਡੀਆ ਦੇ ਵਿੱਚ ਆਲਮੋਸਟ 4-5 ਹਜ਼ਾਰ ਵੋਲੰਟੀਅਰ ਇਹਨਾਂ ਦੀ ਸੰਸਥਾ ਦੇ ਨਾਲ ਜੁੜਿਆ ਹੋਇਆ। ਔਰ ਪੰਜਾਬ ਦੇ ਵਿੱਚ ਇਹਨਾਂ ਦੀਆਂ ਟੀਮਾਂ ਜਿਹੜੀਆਂ ਵਾ ਉਹ ਬਿਹਤਰੀਨ ਕੰਮ ਜਿਹੜਾ ਵਾ ਕਰ ਰਹੀਆਂ ਵਾ, ਲੋਕਾਂ ਤੱਕ ਰਾਹਤ ਪਹੁੰਚਾ ਰਹੀਆਂ ਨੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਇਸ ਵੇਲੇ ਪਹੁੰਚਾ ਰਹੀਆਂ ਨੇ। ਸੋ ਜਦੋਂ ਵੀ ਕੋਈ ਕਾਲ ਆ ਗਈ ਮੈਂ ਉਸੇ ਵੇਲੇ ਕਾਲ ਕਨੈਕਟ ਕਰੂੰਗਾ। ਔਰ ਮੇਰੀ ਗੁਜ਼ਾਰਿਸ਼ ਹੈ ਕਿ ਕਾਲ ਆਪਣੀ ਬਰੀਫ ਰੱਖਿਓ ਔਰ ਜੋ ਸਵਾਲ ਪੁੱਛਣਾ ਹੋਵੇ ਉਹ ਬਿਲਕੁਲ ਟੂ ਦੀ ਪੁਆਇੰਟ ਜਿਹੜਾ ਵਾ ਸਵਾਲ ਪੁੱਛੋ। ਅਗਲੀ ਕਾਲ ਆਉਣ ਤੱਕ ਮੈਂ ਇੱਕ ਵਾਰੀ ਫਿਰ ਸਰਦਾਰ ਹਰਦਿਆਲ ਸਿੰਘ ਕੋਲ ਜਾ ਕੇ ਉਹਨਾਂ ਨਾਲ ਗੱਲਬਾਤ ਕਰੂੰਗਾ। ਸਰਦਾਰ ਹਰਦਿਆਲ ਸਿੰਘ ਜੀ, ਜ਼ਰਾ ਦੱਸੋਗੇ ਵੀ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਇਸ ਵੇਲੇ ਤੁਹਾਡੇ ਰਾਹਤ ਦੇ ਕਾਰਜ ਚੱਲ ਰਹੇ ਆ ਜੀ? ਹਾਂਜੀ, ਜਿਹੜਾ ਇਨੀਸ਼ੀਅਲ ਜਿਸ ਵੇਲੇ ਸਾਨੂੰ ਪਤਾ ਲੱਗਿਆ, ਖਬਰ ਜਿਸ ਵੇਲੇ ਆਈ ਸੀ ਤਾਂ ਸਾਨੂੰ ਇੱਕ ਰਿਕੁਐਸਟ ਆਈ ਸੀ ਆਪਣਾ ਹਰਿਆਣਾ ਤੋਂ। ਸਾਡੀ ਇੱਕ ਟੀਮ ਉੱਥੇ ਗਈ ਸੀ, ਉੱਥੇ ਸਮਾਨ ਦੇ ਕੇ ਆਈ ਹੈ। ਜਿਹੜੇ ਪਿੱਛੇ ਮੋਸਟ ਰੀਸੈਂਟਲੀ ਅਸੀਂ ਗੁਰਦਾਸਪੁਰ ਤੋਂ ਜਿਹੜੇ ਸਾਡੇ ਵੋਲੰਟੀਅਰਸ ਨੇ ਉਹਨਾਂ ਨੇ ਮਿਲ ਕੇ ਜਿਹੜਾ ਅਸੀਂ ਕੋਈ ਅਰਾਊਂਡ 15+ ਜਿਹੜੀਆਂ ਟਰਾਲੀਆਂ ਨੇ, ਜਿਹੜੀਆਂ ਫੋਡਰ ਹੈ, ਜਿਹੜਾ ਪੱਠੇ ਨੇ ਉਹ ਡਿਸਟਰੀਬਿਊਟ ਕੀਤੇ ਨੇ। ਜਿਉਂ ਹੁਣ ਤੁਹਾਨੂੰ ਆਪ ਸਾਰੇ ਜਾਣਦੇ ਹੋ, ਜਿਸ ਤਰ੍ਹਾਂ ਫਲੱਡ ਦੇ ਕਾਰਨ ਜਿਹੜੇ ਪਸ਼ੂ ਨੇ ਉਹਨਾਂ ਦੇ ਕਈਆਂ ਦੀ ਤਾਂ ਡੈਥ ਹੋ ਗਈ ਆ, ਕਿ ਇੱਧਰ ਉੱਧਰ ਹੋ ਗਏ, ਜਾਂ ਉਹਨਾਂ ਨੂੰ ਖਾਣ ਦੀ ਲੋੜ ਦੀ ਸਖਤ ਦੀ ਮਦਦ ਦੀ ਲੋੜ ਹੈਗੀ ਹੈ। ਔਰ ਉਹ ਜਿਸ ਵੇਲੇ ਸਾਡੇ ਕੋਲ ਰਿਕੁਐਸਟ ਆਉਂਦੀ ਹੈ, ਅਸੀਂ ਸਾਡਾ ਜਿਹੜਾ ਮੇਨ ਹੈਲਪਲਾਈਨ ਹੈ ਪੰਜਾਬ ਵਿੱਚ, ਉੱਥੇ ਜਿਸ ਵੇਲੇ ਸਾਨੂੰ ਰਿਕੁਐਸਟ ਆਉਂਦੀ ਹੈ ਅਸੀਂ ਉਹਦੇ ਮੁਤਾਬਿਕ ਲਾਈਕ ਸੈਂਟਰਲ ਕਮਾਂਡ ਸਿਸਟਮ ਬਣਾਇਆ, ਉਹਨਾਂ ਨਾਲ ਅਸੀਂ ਜਿਹੜੇ ਆਪਣੇ ਵੋਲੰਟੀਅਰਸ ਨੇ ਉੱਥੇ ਐਕਟੀਵੇਟ ਕਰਕੇ ਉਹਨਾਂ ਨੂੰ ਸਮਾਨ ਪਹੁੰਚਾ ਦਿੰਦੇ ਹਾਂ ਜੀ। ਸ਼ੋਰ। ਮੇਰੇ ਖਿਆਲ ਸ਼ਾਇਦ ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ, ਦੇਖਦੇ ਆ ਕਿ ਉਹ ਕਾਲਰ ਕੀ ਸਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦੇ ਆ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ੍ਰੀ ਅਕਾਲ। ਮੇਰੇ ਖਿਆਲ ਸ਼ੇਰ ਸਿੰਘ ਗਿੱਲ ਸਾਡੇ ਨਾਲ ਜੁੜੇ ਨੇ, ਰਾਈਟ? ਹਾਂਜੀ ਹਾਂਜੀ, ਲਾਸ ਐਂਜਲਸ ਤੋਂ ਸ਼ੇਰ ਸਿੰਘ ਗਿੱਲ ਸਾਡੇ ਨਾਲ ਜੁੜੇ ਨੇ। ਹਾਂਜੀ ਸ਼ੇਰ ਸਿੰਘ ਜੀ, ਆਪਣੀ ਗੱਲ ਸਾਂਝੀ ਕਰੋ। ਹਾਂਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਬਹੁਤ ਵਧੀਆ ਕੰਮ ਹੈ ਤੇ ਇਹਨਾਂ ਤੋਂ ਆਪਾਂ ਯੂਨਾਈਟਿਡ ਸਿੱਖਸ ਜਿਵੇਂ ਆਪਾਂ ਜ਼ਿਕਰ ਕਰਦੇ ਹਾਂ ਜਾਂ ਖਾਲਸਾ ਏਡ, ਇਹਨਾਂ ਤੋਂ ਬਹੁਤ ਮੋਟੀਵੇਟ ਹੁੰਦੇ ਆ, ਆਪਾਂ ਇੰਸਪਾਇਰ ਹੁੰਦੇ ਆ। ਬਹੁਤ ਚੰਗੀ ਗੱਲ ਹੈ। ਪਰ ਮੈਂ ਕਹੂੰਗਾ ਕੁਝ ਸੰਧੂ ਸਾਹਿਬ ਫੈਮਲੀਆਂ ਵੀ ਜੇ ਕਰਨੀਆਂ ਚਾਹੁਣ, ਮੈਂ ਬਾਈ ਉਹਨਾਂ ਨੂੰ ਪੁੱਛੂੰਗਾ, ਉਹ ਵੀ ਮਤਲਬ ਕੰਮ ਕਰਦੇ ਆ, ਪਰ ਜਿਵੇਂ ਇਹਨਾਂ ਨੇ ਦੱਸਿਆ ਵੀ ਉੱਥੋਂ ਦੇ ਸਰਕਾਰਾਂ ਕੰਨੀਓ ਉਹਨਾਂ ਨੂੰ ਦਿੱਕਤਾਂ ਆਉਂਦੀਆਂ, ਕਈ ਵਾਰ ਉਹਨਾਂ ਦੇ ਪਰਚੇ ਜਾਂ ਇਹੋ ਜਿਹਾ ਦਖਲ ਦਾ ਪਾ ਕੇ ਦਬਕੇ ਦਿੱਤੇ ਜਾਂਦੇ ਆ। ਮੈਂ ਗੱਲ ਕਰੂੰਗਾ ਵੀ ਧਰਮਕੋਟ ਤੋਂ ਹਲਕੇ ਤੋਂ ਕਾਕਾ ਸੁਰਜੀਤ ਸਿੰਘ ਜੀ ਲੋਹਗੜ, ਤੇ ਉਹ XMLA ਆ। ਉਹਨਾਂ ਨੇ ਸੰਧੂ ਸਾਹਿਬ 3 ਪਿੰਡਾਂ 'ਚ ਨੇੜੇ ਆਪਣੇ ਉਧਰ ਨੂੰ ਸ਼ੇਰੇਵਾਲ, ਕੌਡੀਵਾਲ ਤੇ ਸੰਘੇੜਾ ਵਿੱਚ 5000 ਤੋਂ ਲੈ ਕੇ 10000 ਤੱਕ ਲੋੜੀ ਫੈਮਿਲੀ ਜਿਹੜੀਆਂ ਉਹਨਾਂ ਨੂੰ ਦਿੱਤਾ ਹੈ। ਉਹਨਾਂ ਨੇ ਸਹਾਇਤਾ ਕੀਤੀ ਹੈ ਉਹਦੇ ਮੁਤਾਬਕ ਜਿੰਨਾ ਕੁ ਡੈਮੇਜ ਹੋਇਆ, ਨਾਲ 2 ਲੱਖ ਰੁਪਈਆ ਡੀਜ਼ਲ ਦਾ ਵੀ ਕੀਤਾ। ਪਰ ਉੱਥੋਂ ਦੀ ਸਾਨੂੰ ਇੱਕ ਗੱਲ ਆਈ ਹੈ, ਜਿਹੜਾ ਮੌਜੂਦਾ MLA ਆ ਉਹ ਖਾਰ ਕੱਢ ਰਿਹਾ
ਵੀ ਉਹਨਾਂ ਨੂੰ ਤਾਂ ਧਮਕੀਆਂ ਦੇ ਕੇ ਵੀ ਜਾਨੀ ਸ਼ੇਰ ਸਿੰਘ ਜੀ ਆਪਾਂ ਇਹਦੇ ਚ ਨਾ ਸਿਆਸਤ ਦਿੱਕਤਾਂ ਆਉਂਦੀਆਂ ਵਾ, ਆਪਾਂ ਉਸ ਮਸਲੇ ਦੇ ਵਿੱਚ ਨਾ ਪਈਏ, ਪਰ ਇਹ ਜ਼ਰੂਰ ਹੈ ਕਿ ਕਾਕਾ ਲੋਹਗੜ੍ਹ ਦਾ ਬੜਾ ਵੱਡਾ ਯੋਗਦਾਨ ਹੈ, ਚੰਗਾ ਕੰਮ ਕਰ ਰਹੇ ਆ। ਪਰ ਵੈਸੇ ਸਰਕਾਰਾਂ ਜਿਹੜੀਆਂ ਵਾ ਠੀਕ ਹੈ, ਕਈ ਵਾਰ ਦਿੱਕਤਾਂ, ਕਿਉਂਕਿ ਕਈ ਵਾਰ ਅਸੀਂ ਹਿਊਮਨ ਰਾਈਟਸ ਦੀ ਵੀ ਗੱਲ ਕਰਦੇ ਆ, ਯੂਨਾਈਟਿਡ ਸਿੱਖਸ ਵੀ ਹਿਊਮਨ ਰਾਈਟਸ ਦੀ ਗੱਲ ਕਰਦਾ ਵਾ, ਆਈਡੈਂਟਿਟੀ ਸਿੱਖ ਆਈਡੈਂਟਿਟੀ ਦੀ ਗੱਲ ਕਰਦਾ, ਤੇ ਇਸ ਕਰਕੇ ਕਈ ਵਾਰ ਦਿੱਕਤਾਂ ਆ ਜਾਂਦੀਆਂ ਵਾ। ਲੇਕਿਨ ਮੋਰਲੈਸ ਐਗਜ਼ੈਕਟਲੀ ਤੁਸੀਂ ਕੀ ਪੁੱਛਣਾ ਚਾਹੁੰਦੇ ਜੇ ਗੁਰਵਿੰਦਰ ਸਿੰਘ ਤੋਂ ਜਾਂ ਹਰਦਿਆਲ ਸਿੰਘ ਤੋਂ? ਹਾਂਜੀ, ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਹਾਂ, ਪਰ ਉਹਨਾਂ ਨੂੰ ਜੇ ਫੈਮਲੀਆਂ ਨੂੰ ਕਰੇਜ ਕਰਕੇ ਤੇ ਆਪਾਂ ਨੂੰ ਉਹਨਾਂ ਨੂੰ ਨਿੰਦਾ, ਮੇਰਾ ਮਤਲਬ ਉਹਨਾਂ ਨੂੰ ਡਿਨਾਉਂਸ ਵੀ ਕਰਨਾ ਚਾਹੀਦਾ ਜੇ ਅਧਿਕਾਰੀ ਦਿਵਾਉਂਦੇ ਆ ਤਾਂ। ਮੇਰਾ ਮਤਲਬ ਆਹ ਕਹਿਣ ਦਾ ਤਾਂ ਕਿ ਫੈਮਲੀਆਂ ਆਪਣੀਆਂ ਕਰੇਜ ਹੁੰਦੀਆਂ ਰਹਿਣ, ਮੇਰਾ ਮਤਲਬ। ਦੂਜਾ ਮੈਂ ਕਹੂੰਗਾ, ਵਾਕਿਆ ਹੀ ਬਾਈ ਜੀ ਨੇ ਗੱਲ ਕੀਤੀ ਵੀ ਮੈਡੀਸਨ ਦੀ, ਬਹੁਤ ਵਧੀਆ ਗੱਲ ਆ, ਕਿਉਂਕਿ ਇਹ ਆਪਸ ਟਲ ਜੂਗੀ ਜਿਹੜੀ ਉਦੋਂ ਬਾਅਦ ਚ ਆਉਣੀ ਹੈ ਪਸ਼ੂਆਂ ਦੀਆਂ ਦੂਜੀਆਂ। ਮੈਂ ਵੀ ਆਪਦੇ ਇੰਡੀਵਿਜੂਅਲ ਤੌਰ ਤੇ ਗੱਲ ਡਾਕਟਰ ਧਨਵੀਰ ਗਾਂਧੀ ਨਾਲ ਕੀਤੀ ਹੈ, ਕੁਛ ਕਰਦੇ ਆ ਜਿਹੜੇ ਇੰਡੀਵਿਜੂਅਲ ਤੌਰ ਤੇ ਵੀ ਕਰਨ ਜਾਂ ਫੈਮਲੀਆਂ ਤੌਰ ਤੇ ਵੀ ਕਰਨ, ਉਹਨਾਂ ਨੂੰ ਵੀ ਮੇਰੇ ਖਿਆਲ ਬੜਾਵਾ ਮਿਲਣਾ ਚਾਹੀਦਾ ਤਾਂ ਕਿ ਉਹਨਾਂ ਦੇ ਹੌਸਲੇ ਵੱਧਦੇ ਰਹਿਣ। ਇਹ ਜਥੇਬੰਦੀਆਂ ਵੀ ਬਹੁਤ ਤਕੜੀ ਗੱਲ ਹੈ। ਮਿਹਰਬਾਨੀ, ਥੈਂਕ ਯੂ ਸ਼ੇਰ ਸਿੰਘ ਜੀ। ਸ਼ੇਰ ਸਿੰਘ ਨੇ ਬੇਸਿਕਲੀ ਇੱਕ ਤਰੀਕੇ ਨਾਲ ਆਪਣੀ ਗੱਲ ਹੀ ਸਾਂਝੀ ਕੀਤੀ ਹੈ, ਕੋਈ ਮੇਰੇ ਖਿਆਲ ਸਵਾਲ ਨਹੀਂ ਪੁੱਛਿਆ। ਸੋ ਅਗਲੀ ਕਾਲ ਲੈ ਰਹੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਦਲਜੀਤ ਸੰਧੂ ਬੋਲ ਰਿਹਾ। ਹਾਂਜੀ ਦਲਜੀਤ ਸੰਧੂ ਜੀ, ਦਲਜੀਤ ਸੰਧੂ ਸਾਡੇ ਨਾਲ ਤਰਨਤਾਰਨ ਤੋਂ ਜੁੜੇ ਨੇ। ਹਾਂਜੀ ਦਲਜੀਤ ਸੰਧੂ ਸਾਹਿਬ, ਤੁਹਾਡੇ ਸਮੇਤ ਦੋ ਸ਼ਖਸੀਅਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਤੋਂ। ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਨੇ ਸੰਸਥਾਵਾਂ, ਵਿਦੇਸ਼ੀ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਹੜ੍ਹ ਪੀੜਤਾਂ ਲਈ ਪੰਜਾਬ 'ਚ ਕੀ ਇਹਨਾਂ ਬਾਹਰ ਵੀ ਜਾ ਕੇ ਬਾਹਰਲੇ ਮੁਲਕਾਂ ਜਿੱਥੇ ਤਰਾਸਦੀਆਂ ਆਉਂਦੀਆਂ ਰਹੀਆਂ ਕਰਦੇ ਰਹੇ ਜੀ। ਪਰ ਖਿਆਲ ਇਹ ਰੱਖਣਾ ਚਾਹੀਦਾ ਵਾ ਵੀ ਜਦੋਂ ਇਹਨਾਂ ਵੱਲੋਂ, ਇਹਨਾਂ ਸੰਸਥਾਵਾਂ ਵੱਲੋਂ ਕਾਰਜ ਕੀਤੇ ਜਾਂਦੇ ਨੇ ਜੀ, ਉੱਥੇ ਕਈ ਵਾਰ ਮਦਦ ਇਹਨਾਂ ਵੱਲੋਂ ਭੇਜੀ ਹੁੰਦੀ ਆ, ਪਰ ਕਈ ਉੱਥੇ ਨਾ ਮੇਰੇ ਵਰਗੇ ਵੈਸੇ ਹੀ ਫੋਟੋ ਸ਼ੂਟ ਕਰਾਉਣ ਵਾਲੇ ਘਰਾਣੇ ਚੌਧਰੀ ਆ ਜਾਂਦੇ ਜੀ ਅਸੀਂ ਕਰਦੇ ਆ। ਇਹੋ ਜਿਹਾ ਇਹਨਾਂ ਦੇ ਵਲੰਟੀਅਰ ਨੂੰ ਖਿਆਲ ਰੱਖਣਾ ਚਾਹੀਦਾ। ਵੈਸੇ ਕੋਈ, ਚਲੋ ਮੈਂ ਇਹ ਨਹੀਂ ਆਂਦਾ ਕੋਈ ਬਖਰੇਵੇਂ ਵਾਲੀ ਗੱਲ ਆ, ਪਰ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਜਿੱਥੇ ਤੱਕ ਮਦਦ ਪਹੁੰਚੀ ਆ ਉਹਨੂੰ ਪਤਾ ਤਾਂ ਲੱਗੇ ਵੀ ਮੇਰੀ ਮਦਦ ਕਰ ਕੌਣ ਰਿਹਾ। ਸ਼ੋਰ। ਸਰਦਾਰ ਹਰਦਿਆਲ ਸਿੰਘ ਜੀ ਕੁਝ ਕਹਿਣਾ ਚਾਹੋਗੇ ਜੋ ਭਾਈ ਸਾਹਿਬ ਨੇ ਕਿਹਾ ਵਾ? ਹਾਂਜੀ ਬਿਲਕੁਲ ਜੀ, ਅਸੀਂ ਇਹ ਤੇ ਪਹਿਰਾ ਜ਼ਰੂਰ ਦਿੰਦੇ ਹਾਂ ਜੀ। ਔਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਤੁਸੀਂ ਗੱਲ ਦੱਸੀ ਹੈ ਉਹ ਲੋਕੀ ਕਈ ਵਾਰ ਆ ਵੀ ਜਾਂਦੇ ਨੇ, ਬਟ ਅਸੀਂ ਸਾਂਝੀ ਵਾਲਤਾ ਵਾਲਾ ਜਿਹੜਾ ਆਈਡੀਆ ਹੈਗਾ ਉਹਨੂੰ ਅੱਗੇ ਰੱਖਦੇ ਹੋਏ ਅਸੀਂ ਉਹਨਾਂ ਨੂੰ ਜ਼ਰੂਰ ਕਹਿੰਦੇ ਹਾਂ ਵੀ ਤੁਸੀਂ ਸੇਵਾ ਜੁੜੋ। ਬਟ ਸਾਡਾ ਫੋਕਸ, ਅਸੀਂ ਆਪਣੇ ਫੋਕਸ ਤੋਂ ਡੀਫੋਕਸ ਨਹੀਂ ਹੁੰਦੇ। ਅਸੀਂ ਉਹ ਜ਼ਰੂਰ ਆਪਣਾ ਸਾਹਮਣੇ ਟਾਰਗੇਟ ਰੱਖ ਕੇ ਅਸੀਂ ਕਰਨਾ, ਅਚੀਵ ਕੀ ਕਰਨਾ, ਕਿਉਂਕਿ ਇੱਕ ਪਾਸੇ ਜਿਹੜੇ ਤੁਸੀਂ ਦੱਸਿਆ ਜਿੱਦਾਂ ਕੁਝ ਲੋਕ ਸ਼ੋਹਰਤ ਲੈਣਾ ਚਾਹੁੰਦੇ ਨੇ ਇੱਕ ਪਾਸੇ, ਲੇਕਿਨ ਹਜ਼ਾਰਾਂ ਲੋਕ ਨੇ ਜਿਹੜੇ ਸਫ਼ਰ ਕਰ ਰਹੇ ਨੇ ਅਤੇ ਜਿਨ੍ਹਾਂ ਦਾ ਦੁੱਖ, ਜਿਨ੍ਹਾਂ ਦੀ ਪੀੜਾ ਜਿਹੜੀ ਹੈ ਸਾਡੇ ਸਾਹਮਣੇ ਹੈਗੀ ਹੈ। ਸੋ ਸਾਨੂੰ ਉਹ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਸਾਨੂੰ ਅਵੋਇਡ ਕਰਦੇ ਹੋਏ ਜਿਹੜੀਆਂ ਜੋ ਸਿਚੁਏਸ਼ਨਸ ਨੇ, ਅਸੀਂ ਜਿਹੜਾ ਆਪਣਾ ਫੋਕਸ ਹੈ ਉਹ ਰੱਖਦੇ ਹੋਏ ਅਸੀਂ ਉਹ 'ਤੇ ਕੰਮ ਕਰੀ ਜਾਂਦੇ ਹਾਂ। ਅਤੇ ਬਾਕੀ ਸੁਝਾਅ ਤੁਹਾਡਾ ਬਹੁਤ ਚੰਗਾ ਜੀ, ਮਤਲਬ ਅਸੀਂ ਡੈਫੀਨੇਟਲੀ ਆਪਣੀ ਟੀਮਾਂ ਨੂੰ ਅੱਗੇ ਫਾਰਵਰਡ ਕਰਾਂਗੇ ਅਤੇ ਥੈਂਕ ਯੂ ਸੋ ਮਚ। ਦੇਖੋ ਦਲਜੀਤ ਜੀ, ਇਹ ਜਿਹੜੇ ਘੜਮ ਚੌਧਰੀ ਆ ਉਹ ਆਪਣਾ ਕੰਮ ਕਰਦੇ ਰਹਿਣ, ਯੂਨਾਈਟਿਡ ਸਿੱਖਸ ਆਪਣਾ ਕੰਮ ਕਰਦਾ ਰਹੂਗਾ, ਮੇਰੇ ਖਿਆਲ ਕੋਈ ਬਹੁਤਾ ਕਲੈਸ਼ ਨਹੀਂਗਾ। ਔਰ ਲੋਕਾਂ ਨੂੰ ਪਤਾ ਲੱਗ ਜਾਂਦਾ ਵਾ, ਇਹ ਦੱਸਣ ਨਾ ਦੱਸਣ ਲੋਕਾਂ ਨੂੰ ਆਪਣੇ ਆਪ ਪਤਾ ਲੱਗ ਜਾਂਦਾ। ਮੀਨਵਾਈਲ ਸਿੰਘ ਸਰਾਂ ਦਾ ਕਮੈਂਟ ਜਿਹੜਾ ਇਸ ਵੇਲੇ ਅਸੀਂ ਸਕਰੀਨ ਤੇ ਸ਼ੋਅ ਕਰ ਰਹੇ ਹਾਂ, ਮੈਂ ਸਾਰਾ ਕਮੈਂਟ ਤੇ ਨਹੀਂ ਪੜੂੰਗਾ। ਉਹ ਕਹਿ ਰਹੇ ਨੇ ਇਹੋ ਸ਼ਖਸੀਅਤ ਨੂੰ ਸਲਾਮ ਕਰਨਾ ਬਣਦਾ ਹੈ ਜੋ ਕਿਸੇ ਲਾਲਚ ਤੋਂ ਬਗੈਰ ਮਨੁੱਖਤਾ ਦੀ ਸੇਵਾ ਕਰਦੇ ਹਨ। ਬਿਲਕੁਲ ਜੀ, ਬਿਲਕੁਲ ਅਸੀਂ ਤੁਹਾਡੇ ਨਾਲ ਸਹਿਮਤ ਹਾਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਹਰਦੀਪ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ ਹਰਦੀਪ ਸਿੰਘ ਜੀ। ਹਾਂਜੀ, ਮੈਂ ਇਹਨਾਂ ਨੂੰ ਫਤਿਹ ਅਰਜ਼ ਕਰਦਾ ਜੀ, ਸਰਦਾਰ ਹਰਦਿਆਲ ਸਿੰਘ ਜੀ ਨੂੰ ਤੇ ਗੁਰਵਿੰਦਰ ਸਿੰਘ ਜੀ ਨੂੰ। ਗੁਰਫਤਿਹ ਜੀ। ਹਾਂਜੀ, ਮੇਰੀ ਆਵਾਜ਼ ਸੁਣ ਰਹੇ ਨੇ? ਹਾਂਜੀ ਬਿਲਕੁਲ ਆ ਰਹੀ ਜੀ, ਬਿਲਕੁਲ। ਉਹਨਾਂ ਨੇ ਤੁਹਾਡੀ ਫਤਿਹ ਦਾ ਗਾਂ ਜਵਾਬ ਵੀ ਦੇ ਦਿੱਤਾ ਜੀ ਉਹਨਾਂ ਨੇ। ਥੈਂਕ ਯੂ ਜੀ। ਅੱਛਾ ਜੀ, ਇੱਕ ਤੇ ਅਸੀਂ ਤੁਹਾਡੀ ਜਿੱਥੇ ਤੁਹਾਨੂੰ ਸਲੂਟ ਕਰਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ, ਨਾਲ ਤੁਹਾਡੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ। ਤੇ ਇੱਕ ਸਾਡੀ ਬੇਨਤੀ ਹੈ ਵੀ ਅਸੀਂ ਵੀ ਅਮਰੀਕਾ 'ਚ ਰਹਿੰਦੇ ਹਾਂ, ਐਰੀਜ਼ੋਨਾ ਸਾਡੀ ਸਟੇਟ ਹੈ ਤੇ ਫੀਨਿਕਸ ਸਿਟੀ ਆ, ਤੇ ਅਸੀਂ ਮਤਲਬ ਮੈਂ ਹੁਣ ਮਤਲਬ ਇੰਨੀ ਪਬਲਿਕ ਸੁਣਦੀ ਪਈ ਹੈ, ਮੈਂ ਉਹਦੇ ਵਿੱਚ ਝੂਠ ਬੋਲ ਕੇ ਨਹੀਂ ਤੁਹਾਨੂੰ ਕੁਝ ਵੀ ਕਹਿਣਾ ਕਿ ਅਸੀਂ ਤੁਹਾਡੇ ਬਾਰੇ ਸੁਣਦੇ ਪੜ੍ਹਦੇ ਤੇ ਬਹੁਤ ਰਹੇ ਆ ਵੀ ਯੂਨਾਈਟਿਡ ਸਿੱਖ ਨਾਲ ਦੀ, ਤੇ ਇੱਕੋ ਜਿਹੜੀ ਉਹ ਉੱਥੇ ਵਾਲੀ ਜਿਹੜੀ ਇੰਗਲੈਂਡ ਵਾਲੀ ਆ ਜਿਹਦੇ ਹੈਗੇ ਨਾ ਖਾਲਸਾ ਏਡ, ਹਾਂਜੀ, ਤੇ
ਇਹ ਹਾਂਜੀ ਉਹਦਾ ਸਾਨੂੰ ਪਤਾ ਸੀ ਇੰਗਲੈਂਡ ਤੋਂ, ਤੇ ਇਹਦਾ ਤੇ ਸਾਨੂੰ ਇੱਥੇ ਵੇਖੋ ਅਮਰੀਕਾ ਦੇ ਵਿੱਚ ਬੈਠੇ ਹਾਂ ਅਸੀਂ, ਮਾੜਾ ਮੋਟਾ ਚਲੋ ਅਸੀਂ ਵੀ ਜੁੜਦੇ ਰਹਿੰਦੇ ਸਮਾਜ ਸੇਵੀ ਸੰਸਥਾਵਾਂ ਨਾਲ, ਸਾਨੂੰ ਪਤਾ ਹੀ ਨਹੀਂ ਨਾ ਕਦੀ ਕਿਸੇ ਨੇ ਇਸ ਬਾਰੇ ਸਾਨੂੰ ਦੱਸਿਆ ਹੀ ਹੈ ਵੀ ਅਮਰੀਕਾ ਦੇ ਵਿੱਚ ਵੀ ਕਿਸੇ ਤਰੀਕੇ ਨਾਲ ਨਾ ਇਹ ਆਪਣੇ ਮਿਸ਼ਨ ਨੂੰ ਸਪਰੈਡ ਕਰੋ, ਤੇ ਬਹੁਤ ਸਾਰੇ ਲੋਕ ਇਹਦੇ ਨਾਲ ਜੁੜਨ ਨੂੰ ਤਿਆਰ ਬੈਠੇ ਆ। ਲੋਕ ਆਪਣਾ ਪੈਸਾ, ਆਪਣਾ ਦਸਵੰਧ, ਆਪਣਾ ਸਮਾਨ ਕੱਢਦੇ ਆ ਤੇ ਪਹਿਲਾਂ ਤਿਆਰ ਹੁੰਦੇ ਆ ਵੀ ਇੰਡੀਆ ਭੇਜੀਏ, ਫਿਰ ਉਹ ਕਹਿੰਦੇ ਆ ਕਿ ਉੱਥੇ ਕਿ ਅਖਬਾਰਾਂ 'ਚ ਆ ਜਾਂਦਾ ਜੀ ਕਿਸੇ ਦੇ ਹੱਥ ਆਇਆ ਸੀ, ਉਹ ਪਹੁੰਚਿਆ ਹੀ ਨਹੀਂ, ਉਹ ਆ ਖਾ ਗਿਆ, ਉਹ ਖਾ ਗਿਆ, ਏਦਾਂ ਦੀ ਕੰਟਰੋਵਰਸੀਆਂ 'ਚ ਰਹਿੰਦੇ ਆ। ਤੇ ਅਸੀਂ ਇਹ ਬੇਨਤੀ ਕਰਾਂਗੇ ਵੀ ਕਿਸੇ ਤਰੀਕੇ ਤੁਸੀਂ ਸਾਰੇ ਸ਼ਹਿਰਾਂ ਦੇ ਵਿੱਚ ਆਪਣੇ ਭਾਵੇਂ ਇੱਕ ਦੋ ਵਲੰਟੀਅਰ ਹੀ ਕਰ ਲਓ, ਇੱਕ ਬੂੰਦ ਕਰਕੇ ਤਲਾਬ ਬਣ ਜਾਂਦਾ। ਬਹੁਤ ਅੱਛਾ ਸੁਝਾਅ ਹੈ, ਥੈਂਕ ਯੂ ਸੋਢੀ ਸਾਹਿਬ। ਹਾਂਜੀ ਗੁਰਵਿੰਦਰ ਜੀ, ਉਹ ਕਹਿ ਰਹੇ ਨੇ ਕਿ ਸਾਡੇ ਤੱਕ ਪਹੁੰਚ ਕਰਨ ਦੀ ਲੋੜ ਆ, ਸ਼ਾਇਦ ਕਰਦੀ ਨਹੀਂ ਤੁਹਾਡੀ ਸੰਸਥਾ। ਹਾਂਜੀ ਗੁਰਵਿੰਦਰ ਜੀ। ਮੈਂ ਜੀ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਪਹਿਲਾਂ ਤਾਂ ਜੇ ਫੀਨਿਕਸ ਵਿੱਚੋਂ ਕਹਿ ਰਹੇ ਨੇ ਕਿ ਵੋਲੰਟੀਅਰ ਨਹੀਂ ਹੈਗਾ, ਕਿ ਉਹ ਆਪ ਹੀ ਸਾਡੇ ਨਾਲ ਸੰਪਰਕ ਕਰ ਲੈਣ, ਕਿ ਫੀਨਿਕਸ ਦਾ ਚੈਪਟਰ ਆਪ ਹੀ ਸ਼ੁਰੂ ਕਰ ਸਕਦੇ ਨੇ, ਸ਼ੁਰੂਆਤ ਅਸੀਂ ਉਹਨਾਂ ਤੋਂ ਹੀ ਕਰ ਲੈਂਦੇ ਹਾਂ। ਪਰ ਸਾਡੇ ਵੱਲੋਂ ਜੀ ਇਹ ਹੁੰਦਾ ਜ਼ਰੂਰ ਕਿ ਜਿਹੜੇ ਸਾਡੇ ਕਾਰਜ ਨੇ ਅਸੀਂ ਉਹਨਾਂ ਨੂੰ ਤਵੱਜੋ ਦਿੰਦੇ ਹਾਂ, ਜਿਹੜੀ ਸਾਡੀ ਸੇਵਾ ਆ, ਕਿਉਂਕਿ ਸਾਡੇ ਕਾਰਜ ਕਾਫੀ ਹੋ ਰਹੇ ਨੇ, ਉਹਨਾਂ ਨੂੰ ਤਵੱਜੋ ਦਿੰਦੇ ਆ। ਕਿ ਪਰਸਨੈਲਿਟੀ ਨੂੰ ਤਵੱਜੋ ਹਜੇ ਤੱਕ ਅਸੀਂ ਨਹੀਂ ਦਿੱਤੀ। ਤਾਂ ਕਈ ਬੰਦੇ ਸਾਨੂੰ ਵੈਸੇ ਕਹਿੰਦੇ ਨੇ ਕਿ ਯਾਰ ਕਿ ਯੂਨਾਈਟਿਡ ਸਟੇਟਸ ਦੇ ਪਿੱਛੇ ਕੌਣ ਹੈ, ਯੂਨਾਈਟਿਡ ਸਟੇਟਸ ਦੇ ਨਾਲ ਯੂਨਾਈਟਿਡ ਸਟੇਟਸ ਨੂੰ ਚਲਾ ਕੌਣ ਰਿਹਾ। ਅਸੀਂ ਕਹਿੰਦੇ ਕਿ ਇਹਦੀ ਫਿਕਰ ਨਾ ਕਰੋ, ਇਹ ਫਿਕਰ ਕਰੋ ਜਾਂ ਇਹ ਚਿੰਤਾ ਕਰੋ ਕਿ ਯੂਨਾਈਟਿਡ ਸਟੇਟਸ ਕਰ ਕੀ ਰਹੀ ਆ, ਯੂਨਾਈਟਿਡ ਸਟੇਟਸ ਦੇ ਕਾਰਜ ਕਿਹੜੇ ਨੇ, ਯੂਨਾਈਟਿਡ ਸਟੇਟਸ ਦਾ ਮੰਤਵ ਕੀ ਆ, ਯੂਨਾਈਟਿਡ ਸਟੇਟਸ ਦੇ ਸਿਧਾਂਤ ਕੀ ਨੇ। ਕਿਉਂਕਿ ਅਸੀਂ ਤਾਂ ਜਿਹੜੀ ਸਿੱਖੀ ਦੇ ਸਿਧਾਂਤ ਨੇ, ਜਿਵੇਂ ਭਾਈ ਸਾਹਿਬ ਹਰਦਿਆਲ ਸਿੰਘ ਨੇ ਦੱਸਿਆ ਕਿ ਇੱਕ ਸਿੱਖ ਨੂੰ ਸੰਤ ਸਿਪਾਹੀ ਹੋਣਾ ਚਾਹੀਦਾ ਆ, ਸੰਪੂਰਨ ਤੌਰ ਤੇ ਇੱਕ ਮਨੁੱਖਤਾ ਨੂੰ ਜੋ ਘੜਿਆ ਆ ਗੁਰੂ ਸਾਹਿਬ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਿਧਾਂਤਾਂ ਨੂੰ ਅੱਗੇ ਲੈ ਕੇ ਜਾਈਏ। ਸੋ ਅਸੀਂ ਸਿਧਾਂਤਾਂ ਦੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਜ਼ਰੂਰ ਅਸੀਂ ਤਾਂ ਹੀ ਤਾਂ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਸੰਧੂ ਸਾਹਿਬ ਤੁਹਾਡਾ, ਕਿ ਤੁਸੀਂ ਇਸ ਮਾਧਿਅਮ ਦੇ ਰਾਹੀਂ ਜਿਹੜੇ ਸਾਨੂੰ ਨਹੀਂ ਜਾਣਦੇ ਸੀ ਜਾਂ ਜਿਹੜੇ ਚਿਹਰੇ ਦੇਖਣਾ ਚਾਹੁੰਦੇ ਸੀ ਜਾਂ ਮਤਲਬ ਵਿਚਾਰ ਕਰਨਾ ਚਾਹੁੰਦੇ ਸੀ ਜਾਂ ਵਰਤਾਲਾਪ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਹੁਣ ਮੌਕਾ ਮਿਲ ਰਿਹਾ ਆ। ਪਰ ਸਾਡਾ ਜੀ ਸੋਸ਼ਲ ਮੀਡੀਆ, ਸਾਡੇ ਜੀ ਫੋਨ ਨੰਬਰ ਵੀ ਅਸੀਂ ਦੱਸ ਦੇਵਾਂਗੇ, ਸਾਡੀ ਵੈਬਸਾਈਟ ਦੱਸ ਦੇਵਾਂਗੇ, ਸਾਡੇ ਨਾਲ ਸੰਪਰਕ ਕੀਤਾ ਜਾਵੇ ਤੇ ਅਸੀਂ ਬਹੁਤ ਖੁਸ਼ ਹੋਵਾਂਗੇ ਕਿ ਭਾਈ ਸਾਹਿਬ ਨੇ ਆਪ ਮਤਲਬ ਕਿਹਾ ਕਿ ਅਸੀਂ ਚਾਹ ਰਹੇ ਹਾਂ ਕਿ ਇਹੋ ਜਿਹੀਆਂ ਸੰਸਥਾਵਾਂ ਨਾਲ ਜੁੜਨਾ ਜਿੱਥੇ ਅਸੀਂ ਸਿੱਖੀ ਦੀ ਗੱਲ ਵੀ ਕਰ ਸਕੀਏ ਤੇ ਜਿਹੜੇ ਸਿੱਖੀ ਦੇ ਸਿਧਾਂਤ ਨੇ ਉਹਨਾਂ ਤੇ ਅਸੀਂ ਆਪਣੇ ਯੋਗਦਾਨ ਵੀ ਪਾ ਸਕੀਏ। ਸੋ ਸਾਡੇ ਨਾਲ ਜਰੂਰ ਜੀ ਸੰਪਰਕ ਕਰਿਓ। ਅਸੀਂ ਬਹੁਤ ਵਧੀਆ ਲੱਗੇਗਾ ਕਿ ਮੈਂ ਟੈਕਸਸ ਵਿੱਚ ਹਾਂ, ਸੋ ਐਰੀਜ਼ੋਨਾ ਦੇ ਬਾਰਡਰ ਤੇ ਹੀ ਹਾਂ ਅਸੀਂ, ਤੇ ਤੁਸੀਂ ਮਤਲਬ ਜਰੂਰ ਫੀਨਿਕਸ ਦੇ ਵਿੱਚ ਜਿਹੜਾ ਸਥਾਪਿਤ ਕਰਿਓ ਯੂਨਾਈਟਿਡ ਸਟੇਟਸ ਦੀ ਜੇ ਚੈਪਟਰ ਨੂੰ, ਤੇ ਅਸੀਂ ਜੋ ਵੀ ਸਾਡੇ ਵੱਲੋਂ ਚਾਹੀਦਾ ਅਸੀਂ ਤੁਹਾਨੂੰ ਦੇਵਾਂਗੇ। ਸ਼ੋਰ ਜੀ, ਸ਼ੋਰ। ਇਹ ਬਿਲਕੁਲ ਸਹੀ ਗੱਲ ਭਾਈ ਸਾਹਿਬ ਨੇ ਕਹੀ ਆ ਕਿ ਜੇ ਯੂਨਾਈਟਿਡ ਸਿੱਖਸ ਦੇ ਬਾਰੇ ਜਾਣਕਾਰੀ ਲੈਣੀ ਚਾਹੋ ਤੇ ਯੂਨਾਈਟਿਡ ਸਿੱਖਸ ਬਾਰੇ ਜਾਣਕਾਰੀ ਆਉਂਦੀ ਆ, ਪਰ ਉਹਦੇ 'ਚ ਵੱਖਰੇ ਵੱਖਰੇ ਦੇ ਪਿੱਛੇ ਕੌਣ ਨੇ ਉਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਹੈ ਨਹੀਂ। ਸੋ ਇਸ ਕਰਕੇ ਇਹ ਸਾਇਲੈਂਟ ਕੰਮ ਹੋ ਰਿਹਾ ਵਾ ਬਹੁਤ ਸਾਰਾ, ਬਹੁਤ ਸ਼ਲਾਘਾ ਦਾ ਇਹ ਕਦਮ ਆ। ਔਰ ਇਹ ਆਲਮੋਸਟ 20-25 ਸਾਲ ਤੋਂ ਇਹ ਕੰਮ ਇਸੇ ਤਰ੍ਹਾਂ ਹੀ ਕੁਆਇਟਲੀ ਇਹ ਕੰਮ ਕਰ ਰਹੇ ਆ, ਔਰ ਸ਼ਾਇਦ ਇਸੇ ਕਰਕੇ ਇਹੋ ਹੀ ਇਸ ਆਰਗੇਨਾਈਜੇਸ਼ਨ ਦੀ ਸਟਰੈਂਥ ਆ। ਸਾਡੇ ਨਾਲ ਦਵਿੰਦਰ ਲੋਪੋਂ ਫੇਸਬੁੱਕ ਤੇ ਜੁੜ ਗਏ ਨੇ। ਉਹ ਕਹਿ ਰਹੇ ਨੇ ਜ਼ਿਲ੍ਹਾ ਮੋਗਾ ਦੇ ਹਲਕਾ ਧਰਮਕੋਟ 'ਚ ਵਾਕਿਆ ਹੀ ਕਾਕਾ ਲੋਹਗੜ੍ਹ ਵੱਲੋਂ ਹੜ੍ਹ ਪੀੜਤਾਂ ਲਈ ਬਹੁਤ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ। ਥੈਂਕ ਯੂ ਦਵਿੰਦਰ ਲੋਪੋ ਜੀ, ਤੁਸੀਂ ਸਾਡੇ ਨਾਲ ਜੁੜੇ ਔਰ ਇਹ ਗੱਲ ਸਾਡੇ ਸਾਹਮਣੇ ਲਿਆਂਦੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ, ਸਾਨੂੰ ਇਹਨਾਂ ਸੱਜਣਾਂ ਦੇ ਤੁਸੀਂ ਦਰਸ਼ਨ ਕਰਾਏ, ਔਰ ਇਸ ਸੰਸਥਾ ਦਾ ਵੀ ਬੜਾ ਧੰਨਵਾਦੀ ਹਾਂ। ਸਾਨੂੰ ਇਹਨਾਂ ਦੇ ਵਿੱਚ ਭਗਤ ਪੂਰਨ ਸਿੰਘ ਦੀ ਰੂਹ ਨਜ਼ਰ ਆਈ ਹੋਈ ਹੈ। ਥੈਂਕ ਯੂ ਕੈਪਟਨ ਇਕਬਾਲ ਸਿੰਘ। ਕੱਲ ਸਵੇਰੇ ਕੈਨੇਡਾ ਦੀ ਧਰਤੀ ਤੇ ਜੋ ਅੰਟਾਰੀਓ ਸੂਬਾ ਸਵੇਰੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਵੀ ਇੱਥੇ ਇੱਕ ਸੰਸਥਾ ਪੈਸੇ ਇਕੱਠੇ ਹੋਣੇ ਆ। ਸਾਰਿਆਂ ਅੱਗੇ ਬੇਨਤੀ ਕਰਦੇ ਆ ਵੀ ਤੁਸੀਂ ਕੱਲ ਸਾਰਾ ਦਿਨ ਖੁੱਲੇ ਦਿਨ ਦਾ ਮਾਇਆ ਦੇ, ਉਹ ਮਾਇਆ ਵੀ ਇੱਕੋ ਜਗ੍ਹਾ ਜਾਣੀ, ਹਰ ਇੱਕ ਨੂੰ ਰਸੀਦ ਕੱਟ ਕੇ ਦਿੱਤੀ ਜਾਊਗੀ। ਇਹ ਮੈਂ ਬੇਨਤੀ ਕਰਦਾ ਸਾਰਿਆਂ ਅੱਗੇ। ਤੁਹਾਡਾ ਬੜਾ ਧੰਨਵਾਦੀ ਹਾਂ ਜੋ ਤੁਸੀਂ ਸਾਨੂੰ ਇਹਨਾਂ ਦੇ ਦਰਸ਼ਨ ਕਰਾਏ ਆ, ਅਸੀਂ ਬੜੇ ਖੁਸ਼ ਹਾਂ। ਸਤਿ ਸ੍ਰੀ ਅਕਾਲ। ਥੈਂਕ ਯੂ। ਸਤਿ ਸ੍ਰੀ ਅਕਾਲ ਕੈਪਟਨ ਇਕਬਾਲ ਸਿੰਘ ਜੀ, ਥੈਂਕ ਯੂ, ਤੁਸੀਂ ਜੁੜੇ ਔਰ ਸਾਡੇ ਨਾਲ ਆ ਗੱਲਾਂ ਸ਼ੇਅਰ ਕੀਤੀਆਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਰਵਿੰਦਰ ਗਰੇਵਾਲ ਬੋਲਦਾ ਜੀ, ਸਿੰਗਾਪੁਰ ਤੋਂ। ਹਾਂਜੀ ਰਵਿੰਦਰ ਗਰੇਵਾਲ ਜੀ, ਰਵਿੰਦਰ ਗਰੇਵਾਲ ਸਾਡੇ ਨਾਲ ਸਿੰਗਾਪੁਰ ਤੋਂ ਜੁੜੇ ਨੇ। ਹਾਂਜੀ ਗਰੇਵਾਲ ਸਾਹਿਬ, ਕੀ ਕਹਿਣਾ ਚਾਹੋਗੇ? ਹਾਂਜੀ ਸਰ, ਐਕਚੁਅਲੀ ਸਤਿ ਸ਼੍ਰੀ ਅਕਾਲ ਜੀ ਹਰਦਿਆਲ ਸਿੰਘ ਹੋਰਾਂ ਨੂੰ। ਤੇ ਬੇਸਿਕਲੀ ਗੱਲ ਏਦਾਂ ਜੀ, ਸਾਨੂੰ ਮਾਣ ਹੈ ਕਿ ਸਿੱਖਾਂ ਦੀਆਂ ਇਹ ਸੰਸਥਾਵਾਂ, ਜਿਵੇਂ ਇਹਨਾਂ ਦੀ ਸੰਸਥਾ ਦਾ ਨਾਂ ਥੋੜਾ ਘੱਟ ਸੁਣੀਦਾ, ਥੋੜੇ ਜਿਹੇ ਪਬਲਿਸਿਟੀ 'ਚ ਘੱਟ ਨੇ, ਤੇ ਖਾਲਸਾ ਏਡ ਬਾਰੇ ਅਸੀਂ ਜ਼ਿਆਦਾ ਸੁਣਦੇ ਹਾਂ, ਸੁਰਖੀਆਂ 'ਚ ਰਹਿੰਦੇ ਆ ਜੀ। ਤੇ ਪਰ ਮਾਣ ਹੁੰਦਾ ਕਿ ਇਹ ਸੰਸਥਾਵਾਂ ਸਿੱਖਾਂ ਦਾ ਨਾਂ ਉੱਚਾ ਕਰਦੀਆਂ। ਜਦੋਂ ਕਿਤੇ ਵੀ ਦੁਨੀਆ 'ਚ ਕੋਈ ਆਫਤ ਆਉਂਦੀ ਹੈ ਤੇ ਮੂਹਰੇ ਹੁੰਦੇ ਆ, ਭਾਈ ਕਨ੍ਹਈਆ ਦੇ ਮਿਸ਼ਨ ਨੂੰ ਲੈ ਕੇ ਤੁਰਦੇ ਆ, ਮਾਣ ਹੁੰਦਾ ਜੀ। ਪਰ ਦੇਖੋ, ਇਹ ਸੰਸਥਾਵਾਂ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀਆਂ, ਸਿੱਖਾਂ ਦੇ ਨਾਂ ਤੇ
ਇਹਨਾਂ ਦੀ ਫਾਈਨੈਂਸ਼ੀਅਲ ਜੋ ਇਨਕਮ ਹੁੰਦੀ ਹੈ, ਜੋ ਇਹਨਾਂ ਨੂੰ ਫੰਡ ਮਿਲਦੇ ਆ, ਸਿੱਖਾਂ ਦੇ ਨਾਂ ਤੇ ਮਿਲਦੇ ਜੀ। ਇਹਨਾਂ ਦੇ ਨਾਂ ਵੀ ਸਿੱਖਾਂ ਦੇ ਨਾਂ ਤੇ ਨੇ ਜੀ। ਪਰ ਮੇਰਾ ਇਹ ਮੰਨਣਾ ਹੈ ਕਿ ਇਹਨਾਂ ਦੀ ਗੋਲਕ ਦਾ ਮੂੰਹ ਸਿੱਖਾਂ ਵੱਲ ਨੂੰ ਜ਼ਿਆਦਾ ਖੁੱਲਣਾ ਚਾਹੀਦਾ। ਜਿਹੜੀ ਤਵੱਜੋ ਦੇਖੋ ਦੇਣੀ ਹਰੇਕ ਨੂੰ ਬਣਦੀ ਹੈ। ਇਹੀ ਗੱਲਾਂ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਕਰਦੇ ਉਹ ਡਿਬਰੂਗੜ੍ਹ ਜੇਲ੍ਹ 'ਚ ਚਲੇ ਗਏ। ਇਹ ਗੱਲਾਂ ਇਹ ਜ਼ਰੂਰੀ ਆ ਵੀ ਜਿਹੜਾ ਇਹਨਾਂ ਦੀ ਗੋਲਕ ਦਾ ਮੂੰਹ ਆ। ਦੂਜਾ ਕੁਐਸਚਨ ਇਹ ਹੈ ਜੀ ਕਿ ਇਹਨਾਂ ਦੀ ਆਰਗੇਨਾਈਜੇਸ਼ਨ ਜਿਹੜੀ ਇਹ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਆ, ਉਹਦੇ ਅਧੀਨ ਇੰਡੀਆ 'ਚ ਪੈਸੇ ਇਹ ਭੇਜ ਵੀ ਸਕਦੇ ਕਿ ਨਹੀਂ? ਕਿਉਂਕਿ ਇਹਨਾਂ ਤੇ ਖਾਲਿਸਤਾਨੀਆਂ ਦਾ ਠੱਪਾ ਲੱਗਦਾ ਤੇ ਜਦੋਂ ਇਹ ਪੈਸੇ ਹੀ ਨਹੀਂ ਭੇਜ ਸਕਦੇ ਤੇ ਜਦੋਂ ਇਹ ਫੰਡ ਇਕੱਠੇ ਕਰਦੇ ਆ ਤੇ ਫਿਰ ਇਹ ਮਦਦ ਕਿਵੇਂ ਕਰਨਗੇ ਸਿੱਖਾਂ ਦੀ? ਉੱਥੋਂ ਲੋਕਲ ਬੰਦਿਆਂ ਤੋਂ ਪੈਸੇ ਇਕੱਠੇ ਕਰਕੇ ਪੰਜਾਬ ਇੰਡੀਆ 'ਚੋਂ ਇਕੱਠੇ ਕਰਕੇ ਇੰਡੀਆ 'ਚ ਹੀ ਲਾਉਂਦੇ ਆ ਤੇ ਬਾਹਰਲਾ ਪੈਸਾ ਕਿਵੇਂ ਲਿਆਉਣਗੇ ਜਦੋਂ ਇਹ ਆਥੋਰਾਈਜ਼ ਹੈ ਨਹੀਂ? ਕੁਐਸਚਨ। ਥੈਂਕ ਯੂ ਸਰ। ਕੋਈ ਨਹੀਂ, ਮੇਰੇ ਖਿਆਲ ਬੈਸਟ ਇਹ ਹੋਊਗਾ। ਵੈਸੇ ਤੇ ਇਹਨਾਂ ਦੀ ਸੰਸਥਾ ਜਿਹੜੀ ਇੰਡੀਆ 'ਚ ਰਜਿਸਟਰਡ ਆ, ਪਰ ਫਿਰ ਵੀ ਮੇਰੇ ਖਿਆਲ ਬੈਟਰ ਹੋਊਗਾ ਕਿ ਸਿੱਧਾ ਹਰਦਿਆਲ ਸਿੰਘ ਆਪ ਹੀ ਜਵਾਬ ਦੇਣੇ ਇਸ ਗੱਲ ਦਾ। ਜੀ ਹਰਦਿਆਲ ਸਿੰਘ ਜੀ। ਹਾਂਜੀ ਦੇਖੋ ਜੀ, ਜਿਹੜੀ ਸਾਡੀ ਸੰਸਥਾ ਹੈ ਇੰਡੀਆ ਜਿਹੜੀ ਰਜਿਸਟਰਡ ਹੈਗੀ ਹੈ, ਔਰ ਸਾਡੇ ਜਿਹੜੇ ਕੁਝ ਪਾਰਟਨਰਸ ਨੇ ਜਿਨ੍ਹਾਂ ਕੋਲ ਆਲਰੇਡੀ ਇਸ ਕਿਸਮ ਦੀ FCRA ਦੀ ਰੈਗੂਲੇਸ਼ਨ ਜਿਹੜੀ ਹੈ ਉਹਨਾਂ ਤੇ ਨਹੀਂ ਅਪਲਾਈ ਹੁੰਦੀ, ਔਰ ਅਸੀਂ ਉਹਨਾਂ ਪਾਰਟਨਰਸ ਨਾਲ ਜੇ ਸਾਡੀ ਬਾਹਰ ਫੰਡਿੰਗ ਇਕੱਠੀ ਹੁੰਦੀ ਅਸੀਂ ਪਾਰਟਨਰਸ ਨਾਲ ਹੀ ਆਪਰੇਟ ਕਰਦੇ ਹਾਂ। ਔਰ ਜਿਹੜੀ ਦੂਜੀ ਫੰਡਿੰਗ ਕਿਹੜੀ ਇਕੱਠੀ ਸਾਡੇ ਡੋਨਰ ਜਿਹੜੇ ਇੰਡੀਆ 'ਚ ਨੇ ਔਰ ਜਿਹੜੇ ਕਿ ਕਈ ਜਾਣਦੇ ਨੇ ਉਹਨਾਂ ਦੇ ਰਿਸ਼ਤੇਦਾਰ ਬਾਹਰ ਰਹਿੰਦੇ ਨੇ, ਹੈ ਨਾ, ਉਹ ਖੁਦ ਹੀ ਜਿਹੜੀ ਡੋਨੇਸ਼ਨ ਜਿਹੜੀ ਹੈਗੀ ਆ ਉਹ ਇੰਡੀਆ ਵਿੱਚ ਵੀ ਡਾਇਰੈਕਟਲੀ ਕਰ ਦਿੰਦੇ ਨੇ। ਸੋ ਇਸ ਕਰਕੇ ਜੋ ਸਾਡੇ ਕੋਲ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲੇ, ਅਸੀਂ ਆਪ ਜਿਹੜੇ ਆ ਆਪ ਸੈਲਫ ਇੰਪਲੋਇਡ ਹੈਗੇ। ਸੋ ਸਾਡੀ ਜਿਹੜੀਆਂ ਡੋਨੇਸ਼ਨਸ ਜਿਹੜੀਆਂ ਗੈਦਰ ਹੁੰਦੀਆਂ ਨੇ ਵਲੰਟੀਅਰ ਬੇਸਿਸ 'ਤੇ ਅਸੀਂ ਕੰਮ ਕਰਦੇ ਹਾਂ ਔਰ ਸਾਰੀ ਡਾਇਰੈਕਟਲੀ ਅਪਲਾਈ ਹੁੰਦੀਆਂ ਨੇ ਉੱਥੇ ਕੰਮ ਕਰਨ ਲਈ। ਸੋ ਅਸੀਂ ਇਸ ਗੱਲ 'ਤੇ ਪੂਰਾ ਲੀਗਲੀ ਬਤੌਰ ਪੂਰਾ ਤਰੀਕੇ ਨਾਲ ਕੰਮ ਕਰਦੇ ਹਾਂ। ਔਰ ਜੇ ਕਿਸੇ ਨੂੰ ਹੋਰ ਵੀ ਕੋਈ ਡਿਟੇਲ ਕੁਐਸਚਨ ਚਾਹੀਦੇ ਹੋਣ ਸਾਡੇ ਦਫ਼ਤਰ 'ਚ ਕਾਲ ਕਰ ਸਕਦੇ ਨੇ, ਆ ਸਕਦੇ ਨੇ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ ਇਹਦੇ ਉੱਤੇ ਹੋਰ ਇਨ ਡਿਟੇਲ। ਜੀ ਬਹੁਤ ਮਿਹਰਬਾਨੀ। ਬੜਾ ਇੰਟਰਸਟਿੰਗ ਐਸਪੈਕਟ ਰਵਿੰਦਰ ਸਿੰਘ ਗਰੇਵਾਲ ਨੇ ਰੇਜ਼ ਕੀਤਾ ਵਾ ਔਰ ਮੇਰੇ ਖਿਆਲ ਜੇ ਇਹਦੇ ਬਾਰੇ ਹੋਰ ਡਿਟੇਲਡ ਇਨਫੋਰਮੇਸ਼ਨ ਲੈਣੀ ਹੋਵੇ ਤੇ ਜਦੋਂ ਪ੍ਰੋਗਰਾਮ ਤੋਂ ਬਾਅਦ ਇਹਨਾਂ ਦੇ ਜਿਹੜੇ ਵੈਬਸਾਈਟ ਹੈ ਉੱਥੇ ਜਾ ਕੇ ਉਹਨਾਂ ਦੇ ਨੰਬਰਸ ਜਿਹੜੇ ਦਿੱਤੇ ਹੋਏ ਨੇ ਉੱਥੋਂ ਇਹ ਸਾਰੀ ਜਾਣਕਾਰੀ ਲੈ ਸਕਦੇ ਨੇ। ਸਮਾਂ ਕਰੀਬ ਖਤਮ ਹੋ ਰਿਹਾ, ਸੋ ਮੈਂ ਲਾਸਟ ਕਾਲ ਲੈ ਕੇ ਫਿਰ ਪ੍ਰੋਗਰਾਮ ਦੀ ਮੈਨੂੰ ਸਮਾਪਤੀ ਕਰਨੀ ਪਊ। ਵੈਸੇ ਦਿਲ ਤਾਂ ਨਹੀਂ ਕਰਦਾ, ਮੇਰੇ ਖਿਆਲ ਆਪਾਂ ਸ਼ਾਇਦ 2 ਘੰਟੇ ਹੋਰ ਇਹ ਪ੍ਰੋਗਰਾਮ ਚੱਲ ਸਕਦਾ ਵਾ, ਪਰ ਲਾਸਟ ਕਾਲ ਲੈ ਕੇ ਮੈਂ ਫਿਰ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ ਹਾਂਜੀ ਭਾਈ ਸਾਹਿਬ। ਸਭਾ ਖਾਲਸਾ ਫਤਿਹ ਜੀ। ਗੁਰਫਤਿਹ ਭਾਈ ਸਾਹਿਬ। ਮੈਂ ਤਾਂ ਬਸ ਇਹੀ ਕਹਿਣਾ। ਕੌਣ ਬੋਲ ਰਹੇ? ਪਹਿਲੋਂ ਆਪਣੀ ਪਹਿਚਾਣ ਦੱਸੋ। ਅਵਤਾਰ ਸਿੰਘ ਪੂਨੀਆ ਬੋਲਦਾ ਜੀ। ਹਾਂਜੀ ਪੂਨੀਆ ਸਾਹਿਬ। ਮੈਂ ਬਰੈਂਪਟਨ ਤੋਂ ਬੋਲਦਾ ਜੀ। ਹਾਂ। ਮੈਂ ਤਾਂ ਇਹਨਾਂ ਦਾ ਧੰਨਵਾਦ ਹੀ ਕਰਦਾ ਜਿੰਨੀਆਂ ਆਰਗੇਨਾਈਜੇਸ਼ਨਾਂ ਮਤਲਬ ਚਾਹੇ ਉਹ ਕੋਈ ਆ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਮਦਦ ਕਰ ਰਹੀਆਂ ਨੇ, ਸਾਰੀਆਂ ਦਾ ਦਿਲੋਂ ਧੰਨਵਾਦ ਕਰਦਾ। ਸਪੈਸ਼ਲੀ ਯੂਨਾਈਟਿਡ ਸਿੱਖ ਤੇ ਜਿਹੜੀ ਆਪਣੇ ਖਾਲਸਾ ਏਡ ਆ ਜੀ, ਕਿਉਂਕਿ ਇਹ ਬੰਦੇ ਜੀ ਬਹੁਤ ਮਿਹਨਤ ਕਰਦੇ ਆ ਤੇ ਇਮਾਨਦਾਰੀ ਦੇ ਨਾਲ ਹਾਲੇ ਤੱਕ ਚੱਲ ਰਹੇ ਨੇ ਜੀ। ਕੱਲ ਨੂੰ ਕੀ ਹੁੰਦਾ ਉਹ ਰੱਬ ਜਾਣਦਾ, ਪਰ ਇਹ ਬਹੁਤ ਹੀ ਮਿਹਨਤ ਨਾਲ ਪੈਸੇ ਇਕੱਠੇ ਕਰਦੇ ਨੇ ਤੇ ਭੇਜਦੇ ਨੇ। ਤੇ ਇਸ ਕਰਕੇ ਮੈਂ ਇਹ ਚਾਹੁੰਦਾ ਆ ਵੀ ਇਹਨਾਂ ਦੀ ਲੋਕ ਮਦਦ ਕਰਨ ਤਾਂ ਇਹ ਹੋਰ ਵੀ ਵੱਧ ਚੜ ਕੇ ਆਪਣੇ ਉੱਥੇ ਸਾਡੇ ਜੋ ਭੈਣਾਂ ਭਰਾਵਾਂ ਨੂੰ ਅੱਜ ਆਫਤ ਦੇ ਵਿੱਚ ਦੀ ਲੰਘਣਾ ਪੈ ਰਿਹਾ ਉਹਨਾਂ ਦੀ ਮਦਦ ਕਰਨ। ਹਾਂ, ਜਿਹੜੇ ਲੋਕਾਂ ਦੇ ਸੁਝਾਅ ਨੇ ਜਾਂ ਕਿਸੇ ਦੇ ਕੁਐਸਚਨ ਨੇ ਉਹ ਆਪਾਂ ਬਾਅਦ ਦੇ ਵਿੱਚ ਵੀ ਬੈਠ ਕੇ ਕਰ ਸਕਦੇ ਹਾਂ ਜਦੋਂ ਇਹ ਠੀਕ ਹੋ ਜਾਵੇ। ਤੇ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਇਵੇਂ ਹੀ ਆਪਣਾ ਕੰਮ ਜਾਰੀ ਰੱਖਣ। ਮੈਂ ਇਹਦੇ ਨਾਲ ਅੰਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਜੋ ਕਿ ਇੱਥੇ ਕੈਨੇਡਾ ਦੇ ਵਿੱਚ ਹੈਗੀ ਆ, ਉਹਨਾਂ ਨੇ ਵੀ ਕੱਲ ਨੂੰ ਵੱਡੇ ਫੰਡ ਰੇਜ਼ਿੰਗ ਕਰਨੇ ਆ ਅੰਟਾਰੀਓ ਦੇ ਵਿੱਚ ਤੇ ਉਹ ਵੀ ਪੈਸੇ ਤਕਰੀਬਨ ਹਰ ਆਫਤ ਦੇ ਵਿੱਚ ਇਹ 'ਚ ਯੋਗਦਾਨ ਪਾਉਂਦੇ ਆ ਜੀ। ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਤੇ ਸਮੂਹ ਮੀਡੀਆ ਦਾ ਜਿਹੜਾ ਮੀਡੀਆ ਸਾਡੇ 1350 ਸਪੈਸ਼ਲੀ ਸਵੇਰ ਨੂੰ ਕੱਲ ਨੂੰ ਸਾਰਾ ਦਿਨ ਉੱਤੇ ਪ੍ਰੋਗਰਾਮ ਚੱਲਣੇ ਆ। ਜਿੰਨੇ ਵੀ ਮੇਰੇ ਲੋਕਲ ਭੈਣ ਭਰਾ ਬਰੈਂਪਟਨ, ਟੋਰਾਂਟੋ, ਮਿਸਿਸਾਗਾ, ਕੈਨੇਡਾ ਦੇ ਵਿੱਚ ਸੁਣ ਰਹੇ ਆ ਪ੍ਰੋਗਰਾਮ ਨੂੰ, ਉਹ ਆਪਣਾ ਜੋ ਵੀ ਬਣਦਾ ਸਾਡਾ ਯੋਗਦਾਨ ਆ ਇਹਨਾਂ ਦੇ ਵਿੱਚ ਪਾਉਣ ਤੇ ਸਾਡੇ ਭੈਣਾਂ ਭਰਾ ਚੀਜ਼ ਚਾਹੀਦੀ ਹੋਵੇ ਇਹ ਅਪਲਾਈ ਕਰਨ। ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਈ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਗੁਰਫਤਿਹ ਜੀ। ਔਰ ਬੜਾ ਚੰਗਾ ਲੱਗਾ, ਚੰਗੇ ਸੁਝਾਅ ਵੀ ਆਏ ਨੇ, ਪਰ ਮੈਨੂੰ ਹੁਣ ਪ੍ਰੋਗਰਾਮ ਖਤਮ ਕਰਨਾ ਪੈਣਾ ਵਾ ਕਿਉਂਕਿ ਸਮਾਂ ਖਤਮ ਹੋ ਗਿਆ ਵਾ। ਕਿਸੇ ਦਿਨ ਫਿਰ ਜ਼ਰੂਰ ਸਦਾ ਹਰਦਿਆਲ ਸਿੰਘ ਤੇ ਸਦਾ ਗੁਰਵਿੰਦਰ ਸਿੰਘ ਨੂੰ ਲੈ ਕੇ ਆਵਾਂਗੇ ਔਰ ਇਹਨਾਂ ਦੀ ਸੰਸਥਾ ਬਾਰੇ ਹੋਰ ਜਾਣਕਾਰੀ ਹਾਸਲ ਕਰਾਂਗੇ। ਹਰਦਿਆਲ ਸਿੰਘ ਜੀ, ਗੁਰਵਿੰਦਰ ਸਿੰਘ, ਤੁਸੀਂ ਸਾਡੇ ਨਾਲ ਜੁੜੇ
ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਪ੍ਰਮਾਤਮਾ ਹੋਰ ਬਲ ਬਖਸ਼ੇ ਤਾਂ ਕਿ ਤੁਸੀਂ ਲੋਕਾਂ ਦੀ ਹੋਰ ਮਦਦ ਜਿਹੜੀ ਆ ਉਹ ਕਰ ਸਕੋ। ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਔਰ ਇਹਨਾਂ ਸ਼ਬਦਾਂ ਦੇ ਨਾਲ ਹੁਣ ਮੈਂ ਪ੍ਰੋਗਰਾਮ ਖਤਮ ਕਰਨ ਦੀ ਤੁਹਾਡੇ ਤੋਂ ਲੈ ਰਿਹਾ ਮੈਂ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼, ਰੱਬ ਰਾਖਾ।